ਤਾਂ ਜਿਹੜੀਆਂ ਸੂਬਾ ਸਰਕਾਰਾਂ ਨੇ ਉਹਨਾਂ ਦੀ ਚੁੱਪੀ ਤੇ ਉਹਨਾਂ ਦੀ ਭੂਮਿਕਾ ਨੂੰ ਕਿਸ ਤਰ੍ਹਾਂ ਦੇਖਦੇ ਹੋ? ਕੀ ਉਹ ਸਭ ਕੁਝ ਮਿਲੀ ਭੁਗਤ ਨਾਲ ਚੱਲ ਰਿਹਾ? ਇਹਦੀ ਜੇ ਅਸੀਂ ਸਿੱਧੇ ਤੌਰ 'ਤੇ ਮਿਲੀ ਭੁਗਤ ਨਾ ਵੀ ਕਹੀਏ ਤਾਂ GST ਤੋਂ ਬਾਅਦ ਜਿਹੜੇ ਸੂਬਿਆਂ ਦੇ ਆਰਥਿਕ ਸਰੋਤ ਨੇ ਉਹ ਬਹੁਤ ਘਟ ਗਏ ਹੈ ਅਤੇ ਉਹਨਾਂ ਨੂੰ ਹੁੰਦਾ ਕਿ ਜਿਹੜਾ ਵੀ ਕੁਛ ਬਾਹਰੋਂ ਮਿਲਦਾ, ਸੈਂਟਰ ਤੋਂ ਮਿਲਦਾ ਹੈਗਾ ਆ, ਉਹ ਇਹਦੇ ਵਿੱਚ ਜ਼ਿੰਮੇਵਾਰੀ ਨਿਭਾਉਣ। ਕਿਉਂਕਿ ਭਾਵੇਂ ਸਿਹਤ ਦਾ ਮਸਲਾ ਹੈ, ਭਾਵੇਂ ਐਜੂਕੇਸ਼ਨ ਦਾ ਮਸਲਾ ਹੈ, ਸਟੇਟ ਦੀ ਉੱਥੇ ਜ਼ਿੰਮੇਵਾਰੀ ਬਣਦੀ ਸੀਗੀ, ਉਹ ਜ਼ਿੰਮੇਵਾਰੀ ਨਿਭਾ ਨਹੀਂ ਸਕੀ। ਜਿਹੜੀ ਸਾਡੀ ਸਮੁੱਚੀ ਪੋਲੀਟੀਕਲ ਸ਼੍ਰੇਣੀ ਹੈ, ਸਾਰੀਆਂ ਸਰਕਾਰਾਂ ਬਣੀਆਂ, ਪਹਿਲੀ 10 ਸਾਲਾਂ ਦੀ ਸਰਕਾਰ ਜਾਂ ਹੁਣ ਵਾਲੀ ਸਰਕਾਰ ਹੈ ਜਿਹੜੀ, ਉਹਨਾਂ ਦੀਆਂ ਪਾਲਿਸੀਆਂ ਵਿੱਚ ਕੋਈ ਫਰਕ ਨਹੀਂ। ਉਹ ਆਪਣਾ ਜਿਹੜਾ ਆ ਸਿਰਫ ਮੁਨਾਫਾ ਜਿਹੜਾ ਉਹਨਾਂ ਨੂੰ ਬਾਹਰੋਂ ਆਉਂਦਾ ਆ, ਖਾਸ ਕਰਕੇ ਉਹ ਵੀ ਮੁਨਾਫਾ ਗੈਰ ਸੰਵਿਧਾਨਕ ਹੈਗਾ ਆ, ਭਾਵੇਂ ਉਹ ਖੱਡਾਂ ਦਾ ਮਸਲਾ ਆ, ਭਾਵੇਂ ਉਹ ਹੋਰ ਭ੍ਰਿਸ਼ਟਾਚਾਰ, ਉੱਧਰ ਹੀ ਧਿਆਨ ਆ ਉਹਨਾਂ ਦਾ। ਡੈਮੋਕ੍ਰੇਸੀ ਚੇਂਜਸ ਇੱਥੇ ਆ ਰਹੀਆਂ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ। ਜੇ 15 ਸਾਲ ਸਾਡਾ ਇਹ ਵਰਤਾਰਾ ਹੋਰ ਚੱਲ ਗਿਆ ਤੇ ਸਾਡੇ ਸਾਰੇ ਘਰਾਂ ਦੇ ਵਿੱਚ ਜਿੰਦੇ ਲੱਗੇ ਹੋਣਗੇ, ਕਿਸੇ ਘਰ 'ਚ ਜਵਾਨ ਬੱਚਾ ਹੈ ਜਿਹੜਾ ਉਹ ਪੰਜਾਬ 'ਚ ਨਹੀਂ ਰਹਿਣਾ। ਤਾਂ ਲੋਕ ਲਹਿਰ ਤਾਂ ਨਹੀਂ ਉੱਠ ਰਹੀ ਕਿਉਂਕਿ ਲੋਕ ਖੁਦ ਹੀ ਇਸ ਐਜੂਕੇਸ਼ਨ ਸਿਸਟਮ ਦੇ ਵਿੱਚ ਨਹੀਂ ਜਾਣਾ ਚਾਹੁੰਦੇ, ਉਹ ਕਨਵੈਂਟ 'ਚ ਜਾਣਾ ਚਾਹੁੰਦੇ। ਮੈਨੂੰ ਲੱਗਦਾ ਕਿ ਸਾਡੇ ਜਿਹੜੇ ਸਿਆਸੀ ਧਿਰਾਂ ਨੇ ਜਾਂ ਸਾਡੇ ਲੋਕ ਨੇ, ਉਹਨਾਂ ਨੇ ਇਲਾਹਾਬਾਦ ਦੀ ਜਿਹੜੀ ਹਾਈ ਕੋਰਟ ਦਾ ਫੈਸਲਾ ਆ ਉਹਨੂੰ ਉਸ ਗੰਭੀਰਤਾ ਨਾਲ ਲਿਆ ਨਹੀਂ। ਜਦੋਂ ਤੁਸੀਂ ਇੱਥੇ 35 ਕਿਸਮ ਦੀ ਪਾਲਿਸੀ ਬਣਾ ਦੋਗੇ ਕਿ ਐਜੂਕੇਸ਼ਨ ਦਾ ਇੰਨਾ ਜ਼ਿਆਦਾ ਜਿਹੜਾ ਵਖਰੇਵੇਂ ਕਰ ਦੋਗੇ, ਇਸ ਇੰਨੇ ਪ੍ਰਕਾਰ ਦੇ ਪੰਜਾਬ ਵਿੱਚ ਸਕੂਲ ਨੇ, ਮਾਡਲ ਸਕੂਲ ਸਰਕਾਰ ਦੇ ਆਪਣੇ 3-4 ਕਿਸਮ ਦੇ ਸਕੂਲ ਨੇ ਜਿਹੜੇ ਉੱਥੇ 3-3, 4-4 ਹਜ਼ਾਰ ਰੁਪਏ ਦੇ ਵਿੱਚ ਬੰਦਿਆਂ ਨੂੰ ਰੱਖ ਰਹੇ ਹੋ, ਉਹਨਾਂ ਨੂੰ ਰੁਜ਼ਗਾਰ ਦੇ ਰਹੇ ਹੋ। ਇਹ ਤਾਂ ਰੁਜ਼ਗਾਰ ਆਪਣੇ ਲੈਵਲ 'ਤੇ ਚੱਲਦਾ ਹੀ ਹੈ। ਸਰਕਾਰ ਨੇ ਕੁਝ ਕੀਤਾ? ਸਰਕਾਰ ਨੇ ਕੁਛ ਨਹੀਂ ਕੀਤਾ। ਸਰਕਾਰ ਭਾਵੇਂ ਪਿਛਲੀ ਸੀ, ਭਾਵੇਂ ਹੁਣ ਵਾਲੀ ਸਰਕਾਰ ਹੈ, ਉਹ ਪੰਜਾਬ ਨੂੰ ਉਜਾੜਨ ਦੇ ਵਿੱਚ, ਜਿਹੜਾ ਪੰਜਾਬ ਉੱਜੜ ਗਿਆ ਸਾਡੇ ਸਾਹਮਣੇ, ਉਹਨਾਂ ਦੇ ਵਿੱਚ ਹੀ ਸਾਰੀਆਂ ਪੋਲੀਟੀਕਲ ਜਿਹੜੀਆਂ ਧਿਰਾਂ ਨੇ ਜ਼ਿੰਮੇਵਾਰ ਨੇ। ਇਹ ਜੇ ਸੁਧਾਰ ਵੱਲ ਜਾਣਾ, ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਆਪਣੀ ਜਿਹੜੀ ਭੁੱਲ ਹੈ, ਉਹ ਜਿਹੜੀ ਆਪਣੀ ਇਹਨਾਂ ਨੇ ਗਲਤੀ ਕੀਤੀ ਆ, ਉਹਦਾ ਅਹਿਸਾਸ ਹੋਣਾ ਜ਼ਰੂਰੀ ਹੈ। ਕੀ ਕਨਵੈਂਟ ਐਜੂਕੇਸ਼ਨ ਨੂੰ ਵੀ ਤੁਸੀਂ ਮੰਨਦੇ ਹੋ ਇਹਦੇ ਲਈ ਜ਼ਿੰਮੇਵਾਰ? ਹਾਂ ਜੀ, ਉਹ ਹੈਗੀ ਆ ਐਜੂਕੇਸ਼ਨ, ਕਿਉਂਕਿ ਜਿਹੜਾ ਐਜੂਕੇਸ਼ਨ ਨੇ ਉੱਥੋਂ ਦਿੱਤਾ ਹੈਗਾ ਕਿ ਸਾਨੂੰ ਜਿਹੜਾ ਖਪਤਕਾਰੀ ਸੱਭਿਆਚਾਰ ਹੈਗਾ ਉਹਦੇ ਵੱਲ ਸਾਨੂੰ ਪ੍ਰੇਰਿਆ ਹੈ। ਉਹਦੇ ਵਿੱਚੋਂ ਇਹ ਸਾਰੀਆਂ ਜਿਹੜੇ ਮਸਲੇ ਉੱਧਰ ਜਾਂਦੇ ਹੈਗੇ ਆ, ਕਿਉਂਕਿ ਇਹਨਾਂ ਦੇ ਵਿੱਚ ਜਿਹੜਾ ਇਨਸਾਨ ਸਮਾਜ ਤੋਂ ਐਜੂਕੇਸ਼ਨ ਲੈਂਦਾ ਸੀਗਾ, ਜਿਹੜਾ ਭਾਈਚਾਰੇ ਤੋਂ ਐਜੂਕੇਸ਼ਨ ਲੈਂਦਾ ਸੀਗਾ, ਉਹ ਇਹਨਾਂ ਨੇ ਜਿਹੜੇ ਵੱਡੇ ਸਕੂਲਾਂ ਨੂੰ ਖੋਲ੍ਹਦੇ। ਜਿਸ ਤਰ੍ਹਾਂ ਦੇ ਵੱਡੇ ਸਾਡੇ ਜਿਹੜੇ ਅਲੀਟ ਸਾਡੇ ਵਰਗ ਹੈਗਾ ਆ, ਉਹ ਸਭ ਤੋਂ ਪਹਿਲਾਂ ਇਹ ਕਹਿੰਦਾ ਕਿ ਮੇਰਾ ਬੱਚਾ ਹੈ ਜਿਹੜਾ ਉਹ ਮੁਹੱਲੇ ਦੇ ਬੱਚਿਆਂ 'ਚ ਨਾ ਖੇਡੇ, ਉਹ ਆਮ ਸਕੂਲਾਂ 'ਚ ਨਾ ਜਾਵੇ, ਆਮ ਸੁਸਾਇਟੀ 'ਚ ਨਾ ਜਾਵੇ। ਅਤੇ ਜਦੋਂ ਸੁਸਾਇਟੀ 'ਚ ਨਹੀਂ ਜਾਂਦਾ ਤਾਂ ਉਹ ਜਿਹੜੀ ਸੁਸਾਇਟੀ 'ਚੋਂ ਐਜੂਕੇਸ਼ਨ ਮਿਲਣੀ ਹੈ ਉਹ ਨਹੀਂ ਮਿਲ ਰਹੀ। ਹੁਣ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾਅਵੇ ਕਰਦੀ ਕਿ ਅਸੀਂ ਰਿਕਾਰਡ ਟੀਚਰ ਭਰਤੀ ਕੀਤੇ ਨੇ, ਇੰਨੇ ਕਿਸੇ ਸਰਕਾਰ ਨੇ ਨਹੀਂ ਕੀਤੇ। ਅਸੀਂ ਤਾਂ ਸਾਰੇ ਸਕੂਲ ਜਿਹੜੇ ਉਹ ਸਮਾਰਟ ਸਕੂਲ ਬਣਾਤੇ, ਬੱਚਿਆਂ ਨੂੰ ਵਰਲਡ ਲੈਵਲ ਦਾ ਇਨਫਰਾਸਟਰਕਚਰ ਤੇ ਐਜੂਕੇਸ਼ਨ ਮਿਲੂਗੀ ਜਦੋਂ ਸਮਾਰਟ ਸਕੂਲ ਅਸੀਂ ਜਿਹੜੇ ਬਣਾਏ ਨੇ। ਜਦੋਂ ਤੁਸੀਂ ਲੋਕਾਂ ਨੂੰ ਕਹਿ ਰਹੇ ਹੋ ਕਿ ਤੁਹਾਨੂੰ ਅਸੀਂ ਯੂਨਿਟਾਂ ਬਿਜਲੀ ਦੀਆਂ ਮਾਫ ਕਰਨੀਆਂ ਨੇ, ਕੋਈ ਕਹਿੰਦਾ ਤੁਹਾਨੂੰ ਦਾਲ ਦੇਣੀ ਹੈ, ਕੋਈ ਕਹਿੰਦਾ ਬਿਜਲੀ ਮਾਫ ਕਰਨੀ ਹੈ, ਕੋਈ ਕੁਛ ਕਹਿ ਰਿਹਾ ਹੈਗਾ ਆ, ਅਤੇ ਇਹਦਾ ਮਤਲਬ ਪ੍ਰੋਗਰਾਮ ਤਾਂ ਤੁਹਾਡੇ ਕੋਲ ਹੈ ਨਹੀਂ। ਪੰਜਾਬ ਦੇ ਵਿੱਚ ਜਿਹੜੀਆਂ 2-3 ਧਿਰਾਂ ਨੇ ਪੰਜਾਬ ਦੇ ਵਿੱਚ ਜਿਹੜੀਆਂ ਦਾਅਵੇ ਕਰਦੀਆਂ ਸੀ ਸਰਕਾਰ ਬਣਾਉਣੀ ਹੈ, ਉਹਨਾਂ ਕੋਲ ਕਿਸੇ ਇੱਕ ਕੋਲ ਵੀ ਆਪਣੀ ਵੱਖਰੀ ਪਾਲਿਸੀ ਨਹੀਂ ਹੈਗੀ। ਜਾਂ ਗੁਰਬਤ ਇੰਨੀ ਜ਼ਿਆਦਾ ਵੱਧ ਗਈ ਹੈ ਪੰਜਾਬ ਦੇ ਵਿੱਚ ਕਿ ਲੋਕਾਂ ਨੇ ਸਰਕਾਰਾਂ ਤੋਂ ਉਮੀਦ ਹੀ ਮੁਕਾਤੀ। ਉਹ ਕਹਿੰਦੇ ਆ ਚਲੋ ਜਿਹੜੀ ਮੁਫਤ ਦਿੰਦੀ ਆ ਉਹਨੂੰ ਵੋਟ ਪਾ ਦਿਓ। ਨਹੀਂ, ਇਹਦੇ ਕੁਝ ਮੁੱਦੇ ਉਭਾਰਨੇ ਹੁੰਦੇ ਆ, ਮੀਡੀਆ ਦਾ ਬਹੁਤ ਵੱਡਾ ਰੋਲ ਹੁੰਦਾ ਆ, ਪਰ ਅਫਸੋਸ ਨਾਲ ਜਿਹੜੀ ਰਾਸ਼ਟਰੀ ਰਿਪੋਰਟ ਆਈ ਹੈ, ਉਸ ਰਿਪੋਰਟ ਮੁਤਾਬਕ 2% ਵੀ ਜਿਹੜੀ ਕਵਰੇਜ ਹੈ ਉਹ ਰੂਰਲ ਏਰੀਆ ਦੀ ਹੈ ਨਹੀਂ, ਜਿੱਥੇ 70% ਲੋਕ ਰਹਿੰਦੇ ਆ। ਅੱਜ ਦੇ ਸੋਸ਼ਲ ਮੀਡੀਆ ਦੇ ਆਉਣ ਦੇ ਬਾਵਜੂਦ ਵੀ ਉਹਨਾਂ ਦੀ ਜੋ 2% ਕਵਰੇਜ ਨਹੀਂ ਹੈਗੀ, ਉਹ 2% ਕਵਰੇਜ ਵੀ ਬੋਗਸ ਹੈ। ਉਹ ਸ਼ਹਿਰਾਂ 'ਚ ਰਹਿ ਕੇ ਬੰਦੇ ਇੱਥੋਂ ਜਾ ਕੇ ਕਰਦੇ ਆ। ਉਹ ਪਿੰਡਾਂ ਦੀਆਂ ਕੀ ਸਮੱਸਿਆਵਾਂ ਨੇ? ਸਾਡੇ ਜਿਹੜੇ ਲੋਕ ਖੁਦਕੁਸ਼ੀਆਂ ਕਰ ਰਹੇ ਨੇ, ਪਰਿਵਾਰ ਕਿਸਾਨ ਕਰ ਰਹੇ ਨੇ, ਮਜ਼ਦੂਰ ਕਰ ਰਹੇ ਆ, ਉਹਨਾਂ ਦੀ ਜ਼ਿੰਦਗੀ ਉੱਤੇ ਕਿੰਨੀਆਂ ਕੁ ਡਾਕੂਮੈਂਟਰੀਆਂ ਬਣੀਆਂ ਨੇ? ਜਿੰਨਾ ਚਿਰ ਤੱਕ ਕਿਸਾਨ ਅੰਦੋਲਨ ਵੀ ਚੱਲ ਰਿਹਾ ਹੈ, ਜਿੰਨਾ ਚਿਰ ਤੱਕ ਅਸੀਂ ਉਸ ਭਾਈਚਾਰੇ ਦੇ ਨਾਲ ਲੈ ਕੇ ਉਹਨਾਂ ਦੀਆਂ ਪ੍ਰੋਬਲਮ ਨੂੰ ਵੀ ਡਿਸਕਸ ਨਹੀਂ ਕਰਦੇ, ਪੋਲੀਟੀਕਲ ਉਹਨਾਂ ਨੂੰ ਬਣਦੀ ਜਗ੍ਹਾ ਵੀ ਨਹੀਂ ਦਿੰਦੇ, ਹਾਲੇ ਤੱਕ ਉਸ ਤਰ੍ਹਾਂ ਸਾਡੀ ਜਿਹੜਾ ਪਾਵਰ ਸ਼ੇਅਰ ਹੈ ਪੰਜਾਬ ਦੇ ਵਿੱਚ ਸਭ ਤੋਂ ਘੱਟ ਹੈ। ਦਲਿਤ ਵਰਗ ਪੰਜਾਬ 'ਚ ਸਭ ਤੋਂ ਜ਼ਿਆਦਾ ਇੰਡੀਆ 'ਚ, ਪਰ ਪਾਵਰ ਸ਼ੇਅਰ ਦੇ ਵਿੱਚ ਉਹ ਸਭ ਤੋਂ ਪਿੱਛੇ ਹੈ। ਇਹਦੇ ਉੱਤੇ ਸਾਡੇ ਜਿਹੜੇ ਸਮਾਜ ਸ਼ਾਸਤਰੀ ਹੈ ਔਰ ਜਿਹੜੇ ਸਾਡੇ ਰਾਜਨੀਤਿਕ ਲੀਡਰ ਹੈ, ਉਹ ਬਣਦਾ ਮਾਣ ਸਤਿਕਾਰ ਨਹੀਂ ਦਿੰਦੇ। ਭਾਰਤ ਸਰਕਾਰ ਵੱਲੋਂ ਨਵੀਂ ਐਜੂਕੇਸ਼ਨ ਨੀਤੀ ਲਿਆਂਦੀ ਗਈ ਹੈ ਤੇ ਇਹ ਨੀਤੀ ਜਦੋਂ ਦੀ ਹੋਂਦ ਦੇ ਵਿੱਚ ਆਈ ਹੈ, ਉਹਦੇ ਬਾਅਦ ਵਿਵਾਦਾਂ ਦੇ ਵਿੱਚ ਵੀ ਹੈ, ਇਹਦੀ ਪੜਚੋਲ ਵੀ ਜਿਹੜੀ ਕੀਤੀ ਜਾ ਰਹੀ ਹੈ ਅਤੇ ਵੱਖ-ਵੱਖ ਮਾਹਿਰ ਜਿਹੜੇ ਨੇ, ਫਿਕਰਮੰਦ ਜਿਹੜੇ ਨੇ, ਬੁੱਧੀਜੀਵੀ ਨੇ, ਉਹਨਾਂ ਵੱਲੋਂ ਆਪਣੇ ਵਿਚਾਰ ਵੀ ਇਸ ਮਸਲੇ ਤੇ ਦਿੱਤੇ ਜਾ ਰਹੇ ਨੇ। ਚੰਡੀਗੜ੍ਹ ਦੇ ਵਿੱਚ ਵੀ ਇੱਕ ਸੈਮੀਨਾਰ
ਇਸ ਵਿਸ਼ੇ ਨੂੰ ਲੈ ਕੇ ਆਯੋਜਿਤ ਕੀਤਾ ਗਿਆ। ਭਾਈ ਖੁਸ਼ਹਾਲ ਸਿੰਘ ਸਾਡੇ ਨਾਲ ਨੇ, ਉਹਨਾਂ ਨੂੰ ਪੁੱਛਦੇ ਹਾਂ। ਸਭ ਤੋਂ ਪਹਿਲਾਂ ਤਾਂ ਜੀ ਇਹ ਸੈਮੀਨਾਰ ਦਾ ਮੁੱਖ ਮੁੱਦਾ ਜਿਹੜਾ ਮਕਸਦ ਉਹ ਕੀ ਸੀ? ਇਹ ਸੈਮੀਨਾਰ ਸੀ ਜੀ ਜਿਹੜੀ ਭਾਰਤ ਸਰਕਾਰ ਦੀ ਵਿੱਦਿਅਕ ਨੀਤੀ ਹੈਗੀ ਆ, ਖਾਸ ਕਰਕੇ ਸਕੂਲਾਂ ਕਾਲਜਾਂ ਨੂੰ ਲੈ ਕੇ ਹਾਇਰ ਐਜੂਕੇਸ਼ਨ ਦੀ ਹੈਗੀ ਆ, ਉਹਦੇ ਬਾਰੇ ਜਿਹੜਾ ਆ ਉਹਦੇ ਕੀ ਜਿਹੜੀਆਂ ਉਹਦੀਆਂ ਵਿੱਚ ਸਾਡੇ ਪ੍ਰੋਬਲਮ ਨੇ ਉਹਦੇ ਬਾਰੇ ਡਿਸਕਸ ਕਰਨ। ਸਾਨੂੰ ਇੱਕ ਸਾਡੇ ਅਜੇ ਘੱਟ ਗਿਣਤੀ ਦੇ ਜਿਹੜੇ ਇੱਥੇ ਪ੍ਰੋਬਲਮ ਨੇ ਉਹਦੇ ਨਾਲ, ਕਿਉਂਕਿ ਇਹ ਜਿਹੜੀ ਨੀਤੀ ਹੈ ਇਹਦੇ ਵਿੱਚ ਇੱਕ ਗੱਲ ਜਿਹੜੀ ਸਾਂਝੀ ਆ ਔਰ ਸਪਸ਼ਟ ਹੈ, ਉਹ ਹੈ ਕਿ ਰਾਸ਼ਟਰਵਾਦ ਨੂੰ ਜਿਹੜਾ ਆ ਮੁੱਦੇ ਨੂੰ ਉਭਾਰਨਾ ਹੈਗਾ ਆ। ਉਹ ਵੋਟ ਦੀ ਰਾਜਨੀਤੀ ਕਰਕੇ ਉਹ ਸਾਰੇ ਜਿਹੜਾ ਇੰਡੀਆ ਦੇ ਵਿੱਚ ਵੋਟ ਬੈਂਕ ਇਕੱਠਾ ਕਰਨ ਵਾਸਤੇ ਉਹਨਾਂ ਨੇ ਜਿਹੜਾ ਪਾਲਿਸੀ ਲੈ ਕੇ ਆਂਦੀ ਹੈ। ਇਸ ਪਾਲਿਸੀ ਦੇ ਵਿੱਚ ਜਿਹੜੇ ਸਾਡੇ ਇੱਥੋਂ ਦੇ ਖੇਤਰੀ ਸੱਭਿਆਚਾਰ ਹੈ, ਬੋਲੀ ਹੈ, ਉਹਨਾਂ ਨੂੰ ਕੀ ਸੰਕਟ ਆਉਣਗੇ ਇਹਦੇ ਨਾਲ। ਇਸ ਵਿਦਵਾਨਾਂ ਨੇ ਸਿਕੰਦਰ ਸਿੰਘ ਜੀ ਔਰ ਜੋਗਾ ਸਿੰਘ ਜੀ ਨੇ ਤੇ ਹੋਰ ਪ੍ਰੋਫੈਸਰ ਇੱਕ ਹੋਰ ਨੇ, ਉਹਨਾਂ ਨੇ ਇੰਦਰਜੀਤ ਵਾਸੂ ਨੇ ਇਸ ਗੱਲ 'ਤੇ ਮੇਨ ਬੁਲਾਰੇ ਉਹ ਸੀਗੇ, ਉਹਨਾਂ ਨੇ ਉਹਦੇ 'ਚ ਡਿਸਕਸ ਕੀਤਾ ਹੈਗਾ ਸਾਰਾ। ਔਰ ਇਹ ਜਿਹੜਾ ਵੈਸੇ ਤਾਂ ਜਿਹੜਾ ਇਹਦਾ ਜਿਹੜਾ ਆਰੰਭ ਹੈ ਸਾਡੇ ਇਹ ਜਿਹੜਾ ਅੱਜ ਅਸੀਂ ਜਿੱਥੇ ਪਹੁੰਚੇ ਹਾਂ, ਇਹਦੀ ਸ਼ੁਰੂਆਤ ਐਮਰਜੈਂਸੀ ਦੇ ਦੌਰਾਨ ਜਦੋਂ ਇਹ ਜਿਹੜਾ ਵਿਸ਼ਾ ਸੀਗਾ ਸਿੱਖਿਆ ਦਾ, ਇਹ ਨਿਰੋਲ ਵਿਸ਼ਾ ਜਿਹੜਾ ਸਟੇਟ ਦਾ ਸੀ, ਰਾਜਾਂ ਦਾ ਸੀਗਾ। ਇੰਦਰਾ ਗਾਂਧੀ ਨੇ ਐਮਰਜੈਂਸੀ ਵੇਲੇ ਇਸ ਨੂੰ ਸਾਂਝੀ ਸੂਚੀ 'ਚ ਰੱਖ ਲਿਆ, ਅਤੇ ਹੁਣ ਲਾਸਟ ਹੈ ਜਿਹੜੇ ਸਾਡੇ ਜਿਹੜੀਆਂ ਸਰਕਾਰਾਂ ਬਣਦੀਆਂ, ਸਾਡੇ ਸੂਬੇ ਦੀਆਂ ਸਰਕਾਰਾਂ ਬਣਦੀਆਂ, ਉਹਨਾਂ ਦੀ ਜਿਹੜੀ ਸਮੁੱਚੀ ਪੋਲੀਟੀਕਲ ਸ਼੍ਰੇਣੀ ਹੈ ਉਹਦੀ ਅਣਗਹਿਲੀ ਅਤੇ ਉਹਦੀ ਜਿਹੜੀ ਸਾਰੀ ਹੈਗੀ ਆ ਕਰਕੇ ਜਿਹੜਾ ਆ ਉਹ ਦਿਨੋਂ ਦਿਨ ਅੱਜ ਜਿਹੜਾ ਸਾਰਾ ਬਜਟ ਹੈਗਾ ਆ ਜਾਂ ਸਾਰਾ ਕੰਟਰੋਲ ਹੈ ਉਹ ਕੇਂਦਰ ਕੋਲ ਚਲਾ ਗਿਆ ਆ। ਅਤੇ ਇਹ ਜਿਹੜੀ ਪਾਲਿਸੀ ਹੈ, ਜਿਹੜਾ ਮਾੜੀਆਂ ਮੋਟੇ ਜਿਨ੍ਹਾਂ ਸਬਜੈਕਟਾਂ ਦੇ ਵਿੱਚ ਸਾਡਾ ਕੋਈ ਖੇਤਰੀ ਦਖਲਅੰਦਾਜ਼ੀ ਹੋ ਸਕਦੀ ਸੀ, ਉਹ ਵੀ ਖਤਮ ਕਰ ਦਿੱਤੇ ਗਏ ਆ। ਇਹ ਸਾਰੇ ਦੇ ਸਾਰੇ ਜਿਹੜੇ ਮਾਸਟਰ ਰੱਖਣੇ ਆ ਔਰ ਜਿਹੜੀ ਜਿੰਨੇ ਵੀ ਉੱਥੇ ਟੀਚਰ ਰੱਖਣੇ ਆ, ਇਹ ਸਾਰਾ ਦੇ ਸਾਰਾ ਜਿਹੜਾ ਪ੍ਰਬੰਧ ਹੈ, ਜਿਹੜੀ ਸਾਰਾ ਗ੍ਰਾਂਟ ਹੈ, ਇੱਕ ਜਿਹੜਾ ਮੁੱਖ ਜਿਹੜਾ ਐਜੂਕੇਸ਼ਨ ਕਮਿਸ਼ਨ ਹੈ ਬਣਾ ਕੇ ਉਹਦੇ ਥੱਲੇ ਕਰ ਦਿੱਤਾ ਗਿਆ। ਸਾਡੀਆਂ ਯੂਨੀਵਰਸਿਟੀਆਂ ਸੀ, ਜਿਹੜੇ ਸਾਡੇ ਹੋਰ ਅਦਾਰੇ ਸੀ ਐਜੂਕੇਸ਼ਨ, ਉਹਨਾਂ ਨੂੰ ਜਿਹੜਾ ਆ ਫੇਲ ਕਰ ਦਿੱਤੇ, ਉਹਨਾਂ ਨੂੰ ਇੱਕ ਕਿਸਮ ਦਾ ਖਤਮ ਕਰਨ ਵਾਲਾ ਉਹਦਾ ਦਾ ਖਾਤਮਾ ਜਿਹੜਾ ਲਗਭਗ ਤੈਅ ਹੈ ਇਹਦੇ ਨਾਲ। ਸਟੇਟ ਗੌਰਮੈਂਟਾਂ ਦੀ ਭੂਮਿਕਾ ਨੂੰ ਕਿਸ ਤਰ੍ਹਾਂ ਦੇਖਦੇ ਹੋ? ਕਿਉਂਕਿ ਐਗਰੀਕਲਚਰ ਦਾ ਵਿਸ਼ਾ ਵੀ ਚਰਚਾ ਦੇ ਵਿੱਚ, ਉਹ ਵੀ ਸਟੇਟ ਸਬਜੈਕਟ ਸੀਗਾ, ਐਜੂਕੇਸ਼ਨ ਵੀ ਸਟੇਟ ਸਬਜੈਕਟ ਸੀ, ਹੈਲਥ ਫੈਸਿਲਿਟੀ ਸਟੇਟ ਸਬਜੈਕਟ ਦੇ ਵਿੱਚ ਸੀਗੀਆਂ। ਤਾਂ ਜਿਹੜੀਆਂ ਸੂਬਾ ਸਰਕਾਰਾਂ ਨੇ ਉਹਨਾਂ ਦੀ ਚੁੱਪੀ ਅਤੇ ਉਹਨਾਂ ਦੀ ਭੂਮਿਕਾ ਨੂੰ ਕਿਸ ਤਰ੍ਹਾਂ ਦੇਖਦੇ ਹੋ? ਕੀ ਉਹ ਸਭ ਕੁਝ ਮਿਲੀ ਭੁਗਤ ਨਾਲ ਚੱਲ ਰਿਹਾ? ਇਹਦੀ ਜੇ ਅਸੀਂ ਸਿੱਧੇ ਤੌਰ 'ਤੇ ਮਿਲੀ ਭੁਗਤ ਨਾ ਵੀ ਕਹੀਏ ਤਾਂ GST ਤੋਂ ਬਾਅਦ ਜਿਹੜੇ ਸੂਬਿਆਂ ਦੇ ਆਰਥਿਕ ਸਰੋਤ ਨੇ ਉਹ ਬਹੁਤ ਘੱਟ ਗਏ ਹੈ, ਅਤੇ ਉਹਨਾਂ ਨੂੰ ਹੁੰਦਾ ਕਿ ਜਿਹੜਾ ਵੀ ਕੁਛ ਬਾਹਰੋਂ ਮਿਲਦਾ, ਸੈਂਟਰ ਤੋਂ ਮਿਲਦਾ ਹੈਗਾ ਆ, ਉਹ ਇਹਦੇ ਵਿੱਚ ਜ਼ਿੰਮੇਵਾਰੀ ਨਿਭਾਉਣ। ਕਿਉਂਕਿ ਭਾਵੇਂ ਸਿਹਤ ਦਾ ਮਸਲਾ ਹੈ, ਭਾਵੇਂ ਐਜੂਕੇਸ਼ਨ ਦਾ ਮਸਲਾ ਹੈ, ਸਟੇਟ ਦੀ ਉੱਥੇ ਜ਼ਿੰਮੇਵਾਰੀ ਬਣਦੀ ਸੀਗੀ, ਉਹ ਜ਼ਿੰਮੇਵਾਰੀ ਨਿਭਾ ਨਹੀਂ ਸਕੇ। ਜਿਹੜੀ ਸਾਡੀ ਸਮੁੱਚੀ ਪੋਲੀਟੀਕਲ ਸ਼੍ਰੇਣੀ ਹੈ, ਸਾਰੀਆਂ ਸਰਕਾਰਾਂ ਬਣੀਆਂ, ਪਹਿਲੀ 10 ਸਾਲਾਂ ਦੀ ਸਰਕਾਰ ਜਾਂ ਹੁਣ ਵਾਲੀ ਸਰਕਾਰ ਹੈ ਜਿਹੜੀ, ਉਹਨਾਂ ਦੀਆਂ ਪਾਲਿਸੀਆਂ ਵਿੱਚ ਕੋਈ ਫਰਕ ਨਹੀਂ। ਉਹ ਆਪਣਾ ਜਿਹੜਾ ਆ ਸਿਰਫ ਮੁਨਾਫਾ ਜਿਹੜਾ ਉਹਨਾਂ ਨੂੰ ਬਾਹਰੋਂ ਆਉਂਦਾ ਆ, ਖਾਸ ਕਰਕੇ ਉਹ ਵੀ ਮੁਨਾਫਾ ਗੈਰ ਸੰਵਿਧਾਨਕ ਹੈਗਾ ਆ, ਭਾਵੇਂ ਉਹ ਖੱਡਾਂ ਦਾ ਮਸਲਾ ਆ, ਭਾਵੇਂ ਉਹ ਹੋਰ ਭ੍ਰਿਸ਼ਟਾਚਾਰ, ਉੱਧਰ ਧਿਆਨ ਆ ਉਹਨਾਂ ਦਾ। ਇਹ ਜਿਹੜੇ ਪਾਲਿਸੀ ਆ, ਵਾਰ-ਵਾਰ ਵਿਦਵਾਨਾਂ ਨੇ ਵੀ, ਅਸੀਂ ਵੀ ਡੈਪੂਟੇਸ਼ਨ ਲੈ ਕੇ ਪੰਜਾਬ ਦੇ ਸਿੱਖਿਆ ਮੰਤਰੀ ਨੂੰ ਵੀ ਮਿਲੇ, ਉਸ ਵਾਰੀ ਮਿਲੇ ਕਿ ਤੁਸੀਂ ਜਦੋਂ ਆ ਰਹੀ ਸੀ ਇਹਦਾ ਆਵਾਜ਼ ਉਠਾਓ ਜੋ ਬਣ ਰਹੀ ਹੈਗੀ ਆ, ਅਤੇ ਹੁਣ ਤੁਹਾਡਾ ਕੋਈ ਮੁੱਦਾ ਹੈਗਾ ਪੰਜਾਬ ਸਰਕਾਰ ਵੱਲੋਂ ਅਸੈਂਬਲੀ 'ਚ ਇਹਦੇ ਖਿਲਾਫ ਕੋਈ ਮਤਾ ਪਾਸ ਕਰਕੇ ਆਓ। ਅਸੀਂ ਸਪੀਕਰ ਨੂੰ ਵੀ ਮਿਲ ਕੇ ਆਏ ਸੀ, ਉਹਨਾਂ ਨੂੰ ਵਫਦ ਸਾਡਾ ਮਿਲਿਆ ਸੀਗਾ, ਸਪੀਕਰ ਨੂੰ ਬੇਨਤੀ ਕੀਤੀ ਸੀ ਕਿ ਵਿਧਾਨ ਸਭਾ ਦੇ ਵਿੱਚ ਘੱਟੋ ਘੱਟ ਮਤਾ ਪਾਸ ਕਰੋ ਇਸ ਪਾਲਿਸੀ ਦੇ ਖਿਲਾਫ, ਪਰੰਤੂ ਪੰਜਾਬ ਸਰਕਾਰ ਵੱਲੋਂ ਕੋਈ ਯਤਨ ਨਹੀਂ ਕੀਤਾ ਕਿ ਕੋਈ ਕਿਸੇ ਕਿਸਮ ਦਾ ਨਹੀਂ, ਸਿਰਫ ਬਿਆਨਬਾਜ਼ੀ ਛੋਟੇ ਲੈਵਲ 'ਤੇ ਹੋਈ ਹੈ। ਪਰੰਤੂ ਕੋਈ ਵੀ ਜਿਹੜੀ ਸਰਕਾਰ, ਇਹ ਸਾਡੀ ਪੰਜਾਬ ਦੇ ਸਿਆਸੀ ਧਿਰਾਂ ਨੇ, ਉਹ ਇਸ ਜਿਹੜੀ ਇਹਦੇ ਨਾਲ ਜਿਹੜੇ ਸੰਕਟ ਪੈਦਾ ਹੋਣਾ, ਉਹਦੇ ਨਾਲ ਸਮੱਸਿਆਵਾਂ ਨੇ, ਹੁਣ ਸਰਕਾਰਾਂ ਨੇ ਤਾਂ ਮਿਥ ਲਿਆ ਹੈਗਾ ਕਿ ਅਸੀਂ ਆਪਣੀ ਜ਼ਿੰਮੇਵਾਰੀ ਤੋਂ ਬਾਹਰ ਚਲੇ ਜਾਣਾ, ਅਤੇ ਪੰਜਾਬ ਦਾ ਜਿਹੜਾ ਮਿਡਲ ਸ਼੍ਰੇਣੀ ਦਾ ਬੱਚਾ ਆ, ਉਹਦਾ ਹੀ ਹੋਪ ਜਿਹੜਾ ਉਹਦੀ ਬੇਉਮੀਦੀ ਹੋ ਚੁੱਕੀ ਹੈ ਇੱਥੋਂ। ਉਹ ਤਾਂ ਇਹਨਾਂ ਅਦਾਰਿਆਂ ਵਿੱਚ, ਸਕੂਲਾਂ ਵਿੱਚ ਪੜ੍ਹਨਾ ਨਹੀਂ, ਨਾ ਕਾਲਜਾਂ 'ਚ ਪੜ੍ਹਨਾ, ਉਹ ਤਾਂ ਆਈਲੈਟ ਕਰਕੇ ਬਾਹਰ ਜਾ ਰਿਹਾ। ਜਿਹੜੀ ਛੋਟੀ ਜਿਹੀ ਸਟੇਟ ਦਾ 4.5 ਲੱਖ ਬੱਚਾ ਹੈ ਜਿਹੜਾ ਹਰ ਸਾਲ ਜਿਹੜਾ ਆਈਲੈਟ ਕਰਦਾ ਹੈ, ਜੇ ਬੈਠਦਾ ਆ, ਔਰ 1.5 ਲੱਖ ਬੱਚਾ ਹਰ ਸਾਲ ਸਾਡੀ ਛੋਟੀ ਜਿਹੀ ਆਬਾਦੀ 'ਚੋਂ ਬਾਹਰ ਚਲਾ ਜਾ ਰਿਹਾ। ਉਹਦੇ ਨਾਲ ਬ੍ਰੇਨ ਡਰੇਨ ਹੋ ਰਿਹਾ, ਸਾਡਾ ਪੈਸਾ ਡਰੇਨ ਹੋ ਰਿਹਾ, ਸਾਰਾ ਕੁਝ ਹੈ। ਅਤੇ ਹੋਰ ਕਈ ਕਿਸਮ ਦੇ ਜਿਹੜੇ ਡੈਮੋਕ੍ਰੇਸੀ ਚੇਂਜਸ ਇੱਥੇ ਆ ਰਹੀਆਂ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ। ਜੇ 15 ਸਾਲ ਸਾਡਾ ਇਹ ਵਰਤਾਰਾ ਹੋਰ ਚੱਲ ਗਿਆ, ਅਤੇ ਸਾਡੇ ਸਾਰੇ ਘਰਾਂ ਦੇ ਵਿੱਚ ਜੰਦੇ ਲੱਗੇ ਹੋਣਗੇ। ਕਿਸੇ ਘਰ 'ਚ ਜਵਾਨ ਬੱਚਾ ਹੈ ਜਿਹੜਾ, ਉਹ ਪੰਜਾਬ 'ਚ ਨਹੀਂ ਰਹਿਣਾ ਜਿਹਦਾ ਕੋਈ ਇੱਥੇ ਅਰਥ ਹੈਗਾ ਆ।
ਲੋਕ ਇੱਥੇ ਨਸ਼ਈ ਰਹਿ ਜਾਣਗੇ ਜਾਂ ਐਵੇਂ ਦੇ ਰਹਿ ਜਾਣਗੇ ਜਿਹੜੇ ਬਹੁਤ ਮਜਬੂਰ ਹੋਣਗੇ। ਉਹ ਸਰਕਾਰ ਦੀ ਕਿਸੇ ਪਾਲਿਸੀ ਨੂੰ, ਕਿਸੇ ਸਟੇਟ ਨੂੰ ਕਦੀ ਚੈਲੰਜ ਨਹੀਂ ਹੋਣਗੇ। ਇਸ ਕਰਕੇ ਇਹ ਸਾਰਾ ਜਿਹੜਾ ਇੱਥੇ ਯੂਥ ਹੈਗਾ, ਜੋ ਜਿਨ੍ਹਾਂ 'ਚ ਕਰਨ ਦੀ ਸਮਰੱਥਾ ਹੈਗੀ ਆ, ਉਹਨਾਂ ਨੂੰ ਪੰਜਾਬ 'ਚ ਸਰਕਾਰ ਤੇ ਆਪ ਜਿਹੜੀ ਐਲਾਨ ਕਰ ਰਹੀ ਕਿ ਅਸੀਂ ਸਰਕਾਰੀ ਸਕੂਲਾਂ ਦੇ ਵਿੱਚ ਆਈਲੈਟ ਕਰਾਉਣਾ ਹੈਗਾ, ਅਤੇ ਇਹਦਾ ਮਤਲਬ ਉਹ ਐਜੂਕੇਸ਼ਨ ਤਾਂ ਇੱਥੇ ਦੇਣਾ ਨਹੀਂ ਚਾਹੁੰਦੀ। ਜਿਸ ਤਰੀਕੇ ਨਾਲ ਪੰਜਾਬ ਦੇ ਸਕੂਲ ਬਣਾਏ ਜਾ ਰਹੇ ਆ ਜਾਂ ਜਿੱਧਰ ਜਾਇਆ ਰਿਹਾ, ਪਿਛਲੇ 30 ਸਾਲਾਂ ਤੋਂ ਕਿਸੇ ਵੀ ਸਰਕਾਰ ਦੀ ਇਹ ਪਾਲਿਸੀ ਨਹੀਂ ਕਿ ਸਕੂਲਾਂ 'ਚ ਪੜ੍ਹਾਉਣਾ ਹੈ। ਮਾਸਟਰ ਵੀ ਰੱਖਣੇ ਆ, ਪ੍ਰਬੰਧ ਵੀ ਖਰਚ ਵੀ ਕਰਨੇ ਆ, ਲੇਕਿਨ ਪੜ੍ਹਾਈ ਉੱਥੋਂ ਗਾਇਬ ਹੈ। ਸੋ ਸਾਰੀ ਪਾਲਿਸੀ ਹੈ ਜਿਹੜੀ ਇਹਦੇ ਵਿੱਚ ਸਰਕਾਰ, ਜਿਹੜੇ ਸੂਬਾ ਸਰਕਾਰਾਂ ਪੂਰੀ ਤੌਰ 'ਤੇ ਜ਼ਿੰਮੇਵਾਰ ਨੇ। ਇਹ ਅੱਜ ਉਹਨਾਂ ਦੀ ਬਦੌਲਤ, ਉਹਨਾਂ ਦੀ ਜਿਹੜੇ ਆ ਲਾਪਰਵਾਹੀ ਦੇ ਬਦੌਲਤ ਅੱਜ ਇੱਥੇ ਪਹੁੰਚਿਆ ਹੈ ਕਿ ਸਮਾਜ ਵਿੱਚ ਜਿੰਨਾ ਵਿਰੋਧ ਹੋਣਾ ਚਾਹੀਦਾ ਇਸ ਚੀਜ਼ ਦਾ, ਜਿੰਨਾ ਇਹ ਸੰਕਟ ਗੰਭੀਰ ਹੈ, ਉਸ ਹਿਸਾਬ ਨਾਲ ਆਵਾਜ਼ ਉਹਦਾ ਵਿਰੋਧ ਨਹੀਂ ਹੋ ਰਿਹਾ, ਅਤੇ ਉਹਦੇ ਵਿੱਚ ਇਹ ਸਿਆਸੀ ਧਿਰਾਂ ਜ਼ਿੰਮੇਵਾਰ ਨੇ ਪੂਰੀ ਤਰ੍ਹਾਂ। ਤੁਹਾਨੂੰ ਸਮਾਜਿਕ ਜ਼ਿੰਮੇਵਾਰੀ ਨਹੀਂ ਲੱਗਦੀ ਕਿ ਜਿਹੜੇ ਆਰਥਿਕ ਬੋਝ ਚੱਕ ਸਕਦੇ ਨੇ ਮਾਪੇ, ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਪੜ੍ਹਾਉਣਾ ਨਹੀਂ ਚਾਹੁੰਦੇ, ਉਹ ਕਨਵੈਂਟ ਐਜੂਕੇਸ਼ਨ ਲੈਣਾ ਚਾਹੁੰਦੇ ਆ, ਪ੍ਰਾਈਵੇਟ ਐਜੂਕੇਸ਼ਨ ਲੈਣਾ ਚਾਹੁੰਦੇ ਆ, ਤਾਂ ਇਸ ਕਰਕੇ ਵੀ ਸਰਕਾਰਾਂ ਨੂੰ ਤਾਂ ਮੌਕਾ ਮਿਲਿਆ ਕਿ ਜਦੋਂ ਲੋਕ ਹੀ ਪ੍ਰਾਈਵੇਟ ਜਾ ਰਹੇ ਆ ਕਿ ਬੱਚੇ ਅੰਗਰੇਜ਼ੀ ਸਿੱਖਣ। ਬਹੁਤ ਸਾਰਾ ਆਪਾਂ ਦੇਖਦੇ ਹਾਂ ਕਿ ਲੋਕ ਹਿੰਦੀ ਬੋਲਣੀ ਪਸੰਦ ਕਰਦੇ ਨੇ ਆਪਣੀ ਮਾਤ ਭਾਸ਼ਾ ਛੱਡ ਕੇ। ਬੇਸ਼ੱਕ ਕੋਈ ਭਾਸ਼ਾ ਮਾੜੀ ਨਹੀਂ ਹੁੰਦੀ, ਪਰ ਮਾਤ ਭਾਸ਼ਾ ਜਿਹੜੀ ਉਹ ਪਹਿਲੀ ਭਾਸ਼ਾ ਹੁੰਦੀ ਹੈ। ਤਾਂ ਲੋਕ ਲਹਿਰ ਤਾਂ ਨਹੀਂ ਉੱਠ ਰਹੀ ਕਿਉਂਕਿ ਲੋਕ ਖੁਦ ਹੀ ਇਸ ਐਜੂਕੇਸ਼ਨ ਸਿਸਟਮ ਦੇ ਵਿੱਚ ਨਹੀਂ ਜਾਣਾ ਚਾਹੁੰਦੇ, ਉਹ ਕਨਵੈਂਟ 'ਚ ਜਾਣਾ ਚਾਹੁੰਦੇ। ਮੈਨੂੰ ਲੱਗਦਾ ਕਿ ਸਾਡੇ ਜਿਹੜੇ ਸਿਆਸੀ ਧਿਰਾਂ ਨੇ ਜਾਂ ਸਾਡੇ ਲੋਕ ਨੇ, ਉਹਨਾਂ ਨੇ ਇਲਾਹਾਬਾਦ ਦੀ ਜਿਹੜੀ ਹਾਈ ਕੋਰਟ ਦਾ ਫੈਸਲਾ ਆ, ਉਹਨੂੰ ਉਸ ਗੰਭੀਰਤਾ ਨਾਲ ਲਿਆ ਨਹੀਂ। ਜਦੋਂ ਤੁਸੀਂ ਇੱਥੇ 35 ਕਿਸਮ ਦੀ ਪਾਲਿਸੀ ਬਣਾ ਦੋਗੇ, ਇੱਕ ਐਜੂਕੇਸ਼ਨ ਦਾ ਇੰਨਾ ਜ਼ਿਆਦਾ ਜਿਹੜਾ ਵਖਰੇਵੇਂ ਕਰ ਦੋਗੇ, ਇੰਨੇ ਪ੍ਰਕਾਰ ਦੇ ਪੰਜਾਬ ਵਿੱਚ ਸਕੂਲ ਨੇ, ਮਾਡਲ ਸਕੂਲ ਸਰਕਾਰ ਦੇ ਆਪਣੇ 3-4 ਕਿਸਮ ਦੇ ਸਕੂਲ ਨੇ, ਅਤੇ ਉਹਦੇ ਵਿੱਚ ਜਿਹੜਾ ਆ ਉਹ ਇਕਸਾਰਤਾ ਨਹੀਂ ਰਹੇਗੀ। ਐਜੂਕੇਸ਼ਨ ਤਾਂ ਇਹ ਚਾਹੀਦਾ ਕਿ ਜਿਹੜੀ ਇਲਾਹਾਬਾਦ ਹਾਈ ਕੋਰਟ ਦਾ ਫੈਸਲਾ ਆ, ਉਸ ਵਿੱਚ ਇੱਕੋ ਜਿਹੇ ਜੇ ਸਕੂਲ ਹੋਣੇ ਚਾਹੀਦੇ ਹੈਗੇ ਆ। ਅਤੇ ਜਿਸ ਨੇ ਪ੍ਰਾਈਵੇਟ ਸਕੂਲ 'ਚ ਪੜ੍ਹਾਉਣਾ ਹੈਗਾ, ਜੇ ਮੰਨ ਲਓ ਕੋਈ ਸਰਕਾਰੀ ਮੁਲਾਜ਼ਮ ਹੈ, ਮੈਂ ਆਪਣੇ ਬੱਚਿਆਂ ਨੂੰ ਸਰਕਾਰੀ 'ਚ ਨਹੀਂ ਪੜ੍ਹਾਉਣਾ ਚਾਹੁੰਦਾ, ਪ੍ਰਾਈਵੇਟ 'ਚ ਪੜ੍ਹਾਉਣਾ ਚਾਹੁੰਦਾ, ਤਾਂ ਮੈਨੂੰ ਉਹਦੇ ਬਰਾਬਰ ਦੀ ਜਿਹੜੀ ਫੀਸ ਹੈ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਕਰਾਉਣੀ ਪਏਗੀ, ਤਾਂ ਪੜ੍ਹਾ ਸਕਦਾ। ਕੋਈ ਵੀ ਸਰਕਾਰ, ਕੋਈ ਵੀ ਪੋਲੀਟੀਕਲ ਪਾਰਟੀ ਪੰਜਾਬ ਵਿੱਚ ਇਹਦੇ 'ਚ ਕਮੈਂਟ ਹੀ ਨਹੀਂ ਕਰਦੀ ਹੈਗੀ। ਸੋ ਇਹ ਤਾਂ ਉਹਨਾਂ ਚਿਰ ਸਮਾਜ ਵਿੱਚ ਕਿਸ ਤਰ੍ਹਾਂ ਜਿਹੜਾ ਆ ਉਹਦਾ ਹੋ ਸਕਦਾ ਹੈਗਾ, ਜਿੰਨਾ ਚਿਰ ਸਰਕਾਰਾਂ ਨੇ ਇਹ ਕਰਨਾ ਹੈਗਾ। ਸਮਾਜਿਕ ਤੌਰ 'ਤੇ ਲਹਿਰ ਬਣਨੀ ਚਾਹੀਦੀ ਆ, ਉਹ ਵੀ ਹੈਗਾ ਸਮਾਜ ਦਾ। ਸਮਾਜਿਕ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੂੰ ਵੀ ਅੱਗੇ ਆਉਣਾ ਚਾਹੀਦਾ, ਪਰ ਲਾਸਟ ਦੇ ਉੱਤੇ ਸਮਾਜ ਦੇ ਜਿਹੜੇ ਅਦਾਰੇ ਨੇ, ਉਹਨਾਂ ਨੇ ਇੰਸਟੀਟਿਊਸ਼ਨਾਂ ਨੂੰ ਕੰਟਰੋਲ ਨਹੀਂ ਕਰਨਾ। ਕੰਟਰੋਲ ਤਾਂ ਸਰਕਾਰ ਨੇ ਕਰਨਾ, ਹੱਥ ਉਹਨਾਂ ਦੇ ਹੱਥ ਵਿੱਚ ਹੈ। ਅਤੇ ਜਿਹੜਾ ਪੰਜਾਬੀ ਦਾ ਮਸਲਾ ਹੈਗਾ, ਪੰਜਾਬੀ ਦਾ ਰੁਜ਼ਗਾਰ ਨਾਲ ਤੁਸੀਂ ਜੋੜੀ ਨਹੀਂ ਹੈਗੀ। ਜਦੋਂ ਤੁਸੀਂ ਰੁਜ਼ਗਾਰ ਪੰਜਾਬ 'ਚ ਰਹਿਣ ਹੀ ਨਹੀਂ ਦਿੱਤਾ, ਉਹ ਕੀ ਪੰਜਾਬੀ ਪੜ੍ਹ ਕੇ ਕਰਨਗੇ ਕੀ? ਤੁਸੀਂ ਤਾਂ ਹੁਣ ਸਰਕਾਰ ਕਹਿ ਰਹੀ ਹੈ ਕਿ ਆਈਲੈਟ ਕਰਾਉਣਾ, ਇਹਦਾ ਮਤਲਬ ਸਰਕਾਰ ਹੀ ਵੀ ਸਮਝ ਰਹੀ ਹੈ ਕਿ ਆਪਣੀ ਜ਼ਿੰਮੇਵਾਰੀ ਤਾਂ ਨਹੀਂ ਸਮਝ ਰਹੀ। ਤਾਂ ਜਿਸ ਤਰ੍ਹਾਂ ਦਾ ਪਿਛਲੇ 4.5 ਸਾਲ ਦੀ ਗੱਲ ਕਰ ਰਹੀ ਹੈ ਕਿ ਸਰਕਾਰ ਨੇ ਜਿਹੜੇ ਰੁਜ਼ਗਾਰ ਦੇਣ ਦੇ ਵਾਅਦੇ ਕੀਤੇ, ਜੇ ਨਾ ਤਾਂ ਸਰਕਾਰ ਆਈ ਸੀਗੀ, ਜਿਸ ਤਰ੍ਹਾਂ ਦਾ ਰੁਜ਼ਗਾਰ ਉਹਨਾਂ ਨੇ ਦਿੱਤਾ, ਜਿਸ ਤਰ੍ਹਾਂ ਦੇ ਮੇਲੇ ਲਾਏ ਹੈ, ਰੋਜ਼ ਅਸੀਂ ਅਖਬਾਰ ਦੇ ਵਿੱਚ ਐਡ ਪੜ੍ਹ ਰਹੇ ਹਾਂ, ਜਿਹੜਾ ਜਿਸ ਤਰ੍ਹਾਂ ਦਾ ਉਹ ਪਖੰਡ ਕੀਤਾ ਹੈਗਾ ਸਰਕਾਰ ਨੇ, ਜਾਂ ਲੋਕਾਂ ਨਾਲ ਹੇਰਾਫੇਰੀ ਕਰ ਰਹੀ ਹੈਗੀ ਆ, ਜਿਸ ਤਰ੍ਹਾਂ ਦੀਆਂ ਨੌਕਰੀਆਂ ਦੇ ਕੇ, ਉਹ ਜਿਹੜੀਆਂ ਨੇ, ਜਿੰਨਾ ਚਿਰ ਤੁਸੀਂ ਸਾਡੇ ਨੌਜਵਾਨਾਂ ਨੂੰ ਇੱਕ ਸਤਿਕਾਰਿਤ ਕੰਮ ਕਰਨ ਦਾ ਮੌਕਾ ਨਹੀਂ ਦਿੰਦੇ। ਤੁਸੀਂ ਜੋਬ ਕਹਿ ਰਹੇ ਹੋ, ਜਿਹੜੇ ਉਹ ਲੇਬਰ 'ਤੇ ਲਾ ਰਹੇ ਹੈਗੇ ਆ, ਜਿਹੜੇ ਉੱਥੇ 3-3, 4-4 ਹਜ਼ਾਰ ਰੁਪਏ ਦੇ ਵਿੱਚ ਬੰਦਿਆਂ ਨੂੰ ਰੱਖ ਰਹੇ ਹੋ, ਉਹਨਾਂ ਨੂੰ ਰੁਜ਼ਗਾਰ ਦੇ ਰਹੇ ਹੋ। ਇਹ ਤਾਂ ਰੁਜ਼ਗਾਰ ਆਪਣੇ ਲੈਵਲ 'ਤੇ ਚੱਲਦਾ ਹੀ ਹੈ। ਸਰਕਾਰ ਨੇ ਕੁਝ ਕੀਤਾ? ਸਰਕਾਰ ਨੇ ਕੁਛ ਨਹੀਂ ਕੀਤਾ। ਸਰਕਾਰ ਭਾਵੇਂ ਪਿਛਲੀ ਸੀ, ਭਾਵੇਂ ਹੁਣ ਵਾਲੀ ਸਰਕਾਰ ਹੈ, ਉਹ ਪੰਜਾਬ ਨੂੰ ਉਜਾੜਨ ਦੇ ਵਿੱਚ, ਜਿਹੜਾ ਪੰਜਾਬ ਉੱਜੜ ਗਿਆ ਸਾਡੇ ਸਾਹਮਣੇ, ਉਹਨਾਂ ਦੇ ਵਿੱਚ ਇਹ ਸਾਰੀਆਂ ਪੋਲੀਟੀਕਲ ਜਿਹੜੀਆਂ ਧਿਰਾਂ ਨੇ ਜ਼ਿੰਮੇਵਾਰ ਨੇ। ਇਹ ਜੇ ਸੁਧਾਰ ਵੱਲ ਜਾਣਾ, ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਆਪਣੀ ਜਿਹੜੀ ਭੁੱਲ ਹੈ, ਉਹ ਜਿਹੜੀ ਆਪਣੀ ਇਹਨਾਂ ਨੇ ਗਲਤੀ ਕੀਤੀ ਆ, ਉਹਦਾ ਅਹਿਸਾਸ ਹੋਣਾ ਜ਼ਰੂਰੀ ਹੈ। ਉਹ ਹਾਲੇ ਤੱਕ ਪੰਜਾਬ ਦੀ ਕੋਈ ਪੋਲੀਟੀਕਲ ਧਿਰ ਨਹੀਂ ਹੈਗੀ। ਪੰਜਾਬ ਦੀ ਭਾਵੇਂ ਪੋਲੀਟੀਕਲ ਧਿਰ ਹੈ ਅਤੇ ਅਫਸਰਸ਼ਾਹੀ, ਦੋਨਾਂ ਨੇ ਰਲ ਕੇ ਪੰਜਾਬ ਨੂੰ ਲੁੱਟਿਆ, ਕੁੱਟਿਆ ਆ। ਅਤੇ ਇਹ ਅੱਜ ਅਸੀਂ ਜਿਹੜਾ ਸੰਤਾਪ ਭੋਗ ਰਹੇ ਹਾਂ, ਉਹਦੇ ਇਹ ਕਾਰਨ ਨੇ। ਜਿੰਨਾ ਚਿਰ ਤੱਕ ਇਹ ਲੋਕ ਜਿਹੜੇ ਆ ਉਹ ਅਹਿਸਾਸ ਹੀ ਨਹੀਂ ਕਰਦੇ, ਉਹਨਾਂ ਚਿਰ ਕੋਈ ਸਾਨੂੰ ਉਮੀਦ ਨਹੀਂ ਹੋ ਸਕਦੀ। ਜਿਹੜਾ ਕਨਵੈਂਟ ਵਿੱਦਿਅਕ ਪ੍ਰਬੰਧ ਹੈਗਾ, ਕਨਵੈਂਟ ਵਿੱਦਿਅਕ ਪ੍ਰਬੰਧ ਦੇ ਨਾਲ ਮਾਂ ਬੋਲੀ ਪੰਜਾਬੀ ਨੂੰ ਵੀ ਖਤਰਾ ਗਾ। ਨਾਲੋਂ ਨਾਲ ਜਿਹੜਾ ਇਤਿਹਾਸ ਬਾਰੇ ਬੱਚੇ ਪੜ੍ਹਦੇ ਸੀ, ਸਰਕਾਰੀ ਸਕੂਲਾਂ ਦੇ ਬੱਚੇ ਜਿਹੜੇ, ਉਹ ਜ਼ਮੀਨ ਦੇ ਨਾਲ ਜੁੜੇ ਹੋਏ ਹੁੰਦੇ ਸੀ, ਸਮਾਜਿਕ ਹਾਲਾਤਾਂ ਦੇ ਨਾਲ ਜੁੜੇ ਹੋਏ ਹੁੰਦੇ ਸੀ। ਕਿ ਇਹ ਤਾਂ ਕਾਰਨ ਨਹੀਂ ਹੈਗਾ ਕਿ ਨੌਜਵਾਨ ਤਬਕਾ ਜਿਹੜਾ ਉਹ ਆਵਾਜ਼ ਹੀ ਬੁਲੰਦ ਨਹੀਂ ਕਰ ਰਿਹਾ ਤਮਾਮ ਚੀਜ਼ਾਂ ਦੇ, ਬੇਰੁਜ਼ਗਾਰੀ ਦੇ ਵਿਰੁੱਧ ਨੌਜਵਾਨਾਂ ਦੀ ਆਵਾਜ਼ ਉਸ ਢੰਗ ਦੀ ਨਹੀਂ ਹੈਗੀ ਜਿੱਦਾਂ ਦੀ ਹੋਣੀ ਚਾਹੀਦੀ ਸੀ। ਨਸ਼ਿਆਂ ਦੇ ਮਸਲੇ 'ਤੇ ਆਵਾਜ਼ ਉਹੋ ਜਿਹੀ ਨਹੀਂ ਹੈਗੀ ਜਿਸ ਤਰ੍ਹਾਂ ਦੀ ਹੋਣੀ ਚਾਹੀਦੀ ਸੀ। ਕੀ ਕਨਵੈਂਟ ਐਜੂਕੇਸ਼ਨ ਨੂੰ ਵੀ ਤੁਸੀਂ ਮੰਨਦੇ ਹੋ ਇਹਦੇ ਲਈ ਜ਼ਿੰਮੇਵਾਰ? ਹਾਂ ਜੀ, ਉਹ ਹੈਗੀ ਆ ਐਜੂਕੇਸ਼ਨ, ਕਿਉਂਕਿ ਜਿਹੜਾ ਐਜੂਕੇਸ਼ਨ ਨੇ ਉੱਥੋਂ ਦਿੱਤਾ ਹੈਗਾ ਕਿ ਸਾਨੂੰ ਜਿਹੜਾ
ਖਪਤਕਾਰੀ ਸੱਭਿਆਚਾਰ ਹੈਗਾ ਉਹਦੇ ਵੱਲ ਸਾਨੂੰ ਪ੍ਰੇਰਿਆ ਹੈ। ਉਹਦੇ ਵਿੱਚੋਂ ਇਹ ਸਾਰੀਆਂ ਜਿਹੜੇ ਮਸਲੇ ਉੱਧਰ ਜਾਂਦੇ ਹੈਗੇ ਆ, ਕਿਉਂਕਿ ਇਹਨਾਂ ਦੇ ਵਿੱਚ ਜਿਹੜਾ ਇਨਸਾਨ ਸਮਾਜ ਤੋਂ ਐਜੂਕੇਸ਼ਨ ਲੈਂਦਾ ਸੀਗਾ, ਜਿਹੜਾ ਭਾਈਚਾਰੇ ਤੋਂ ਐਜੂਕੇਸ਼ਨ ਲੈਂਦਾ ਸੀਗਾ, ਉਹ ਇਹਨਾਂ ਨੇ ਜਿਹੜੇ ਵੱਡੇ ਸਕੂਲਾਂ ਨੂੰ ਖੋਲ੍ਹਤੇ। ਜਿਸ ਤਰ੍ਹਾਂ ਦੇ ਵੱਡੇ ਸਾਡੇ ਜਿਹੜੇ ਅਲੀਟ ਸਾਡੇ ਵਰਗ ਹੈਗਾ ਆ, ਉਹ ਸਭ ਤੋਂ ਪਹਿਲਾਂ ਇਹ ਕਹਿੰਦਾ ਕਿ ਮੇਰਾ ਬੱਚਾ ਹੈ ਜਿਹੜਾ ਉਹ ਮਹੱਲੇ ਦੇ ਬੱਚਿਆਂ 'ਚ ਨਾ ਖੇਡੇ, ਉਹ ਆਮ ਸਕੂਲਾਂ 'ਚ ਨਾ ਜਾਵੇ, ਆਮ ਸੁਸਾਇਟੀ 'ਚ ਨਾ ਜਾਵੇ। ਅਤੇ ਜਦੋਂ ਸੁਸਾਇਟੀ 'ਚ ਨਹੀਂ ਜਾਂਦਾ ਤਾਂ ਉਹ ਜਿਹੜੀ ਸੁਸਾਇਟੀ 'ਚੋਂ ਐਜੂਕੇਸ਼ਨ ਮਿਲਣੀ ਆ ਉਹ ਨਹੀਂ ਮਿਲ ਰਹੀ। ਜਦੋਂ ਅਸੀਂ ਪਰਿਵਾਰਾਂ 'ਚ ਰਹਿੰਦੇ ਸੀ, ਪਿੰਡਾਂ 'ਚ ਰਹਿੰਦੇ ਸੀ, ਅਸੀਂ ਸਾਰੇ ਵਰਗਾਂ ਦੇ ਬੱਚਿਆਂ ਇਕੱਠੇ ਰਹਿੰਦੇ ਸੀਗੇ। ਸਾਡੇ ਨਾਲ ਲੋਹਾਰ ਦਾ ਬੱਚਾ ਸੀ, ਮੋਚੀ ਦਾ ਬੱਚਾ ਸੀ, ਸਾਨੂੰ ਜਿਹੜੀ ਉਹ ਐਜੂਕੇਸ਼ਨ ਉੱਥੋਂ ਮਿਲਦੀ ਸੀਗੀ। ਉਹ ਇਸ ਨਵੀਂ ਜਿਹੜੀ ਐਜੂਕੇਸ਼ਨ ਸਿਸਟਮ ਹੈ ਉਹਨੇ ਉਹ ਖਤਮ ਕਰ ਦਿੱਤੀ ਹੈ। ਇਸ ਕਰਕੇ ਨਵੀਆਂ ਜਿਹੜੀਆਂ ਪ੍ਰੋਬਲਮ ਸਾਨੂੰ ਆ ਰਹੀਆਂ ਹੈਗੀਆਂ। ਨਾਲੋਂ ਨਾਲ ਉਚੇਰੀ ਸਿੱਖਿਆ ਦੀ ਗੱਲ ਜਦੋਂ ਕਰੀਏ ਕਿ ਉਚੇਰੀ ਸਿੱਖਿਆ ਦੇ ਵਿੱਚ ਆਪਾਂ ਕਹਿੰਦੇ ਹਾਂ ਕਿ ਪੰਜਾਬ ਦੇ ਬੱਚੇ ਬਾਹਰ ਜਾ ਰਹੇ ਨੇ, ਉਹਨਾਂ ਦੀਆਂ ਮਜਬੂਰੀਆਂ, ਉਹਨਾਂ ਨੂੰ ਆਰਥਿਕ ਭਵਿੱਖ ਜਿਹੜਾ ਸੁਰੱਖਿਅਤ ਦਿਖਾਈ ਨਹੀਂ ਦੇ ਰਿਹਾ। ਪਰ ਜਦੋਂ ਉਚੇਰੀ ਸਿੱਖਿਆ ਦੀ ਗੱਲ ਕਰਦੇ ਹਾਂ, ਖਾਸ ਕਰਕੇ ਸਰਕਾਰੀ ਯੂਨੀਵਰਸਿਟੀਆਂ ਦੀ ਗੱਲ ਕਰਦੇ ਆਂਗੇ, ਤਾਂ ਉੱਥੇ ਜਿਹੜੇ ਪ੍ਰਬੰਧ ਨੇ ਕਿ ਉਹ 3-3 400 ਕਰੋੜ ਰੁਪਏ ਦੇ ਘਾਟੇ ਦੇ ਵਿੱਚ ਨੇ। ਪ੍ਰੋਫੈਸਰ ਤਨਖਾਹਾਂ ਦੇ ਲਈ, ਬਾਕੀ ਮੁਲਾਜ਼ਮ ਤਨਖਾਹਾਂ ਦੇ ਪ੍ਰੋਟੈਸਟ ਕਰ ਰਹੇ ਨੇ, ਵਜ਼ੀਫਿਆਂ ਤੱਕ ਦੇ ਘਪਲੇ ਹੋ ਰਹੇ ਨੇ। ਅਤੇ ਇਸ ਕਰਕੇ ਉਹ ਜਿਹੜਾ ਵਿੱਦਿਅਕ ਪ੍ਰਬੰਧ ਖਰਾਬ ਕੀਤਾ ਜਾ ਰਿਹਾ, ਖਾਸ ਕਰ ਸਰਕਾਰੀ ਯੂਨੀਵਰਸਿਟੀਆਂ ਦਾ, ਤਾਂ ਉਹਦੇ ਤੁਸੀਂ ਕੀ ਕਾਰਨ ਮੰਨਦੇ ਹੋ ਕਿ ਉਹ ਕਿਉਂ ਇਸ ਢੰਗ ਦੇ ਨਾਲ ਚਲਾਈਆਂ ਜਾ ਰਹੀਆਂ? ਸਰਕਾਰ, ਸਟੇਟ ਗੌਰਮੈਂਟਾਂ ਇੰਨੀਆਂ ਵੀ ਕਮਜ਼ੋਰ ਨਹੀਂ ਹੈਗੀਆਂ ਕਿ ਉਹ 3 ਯੂਨੀਵਰਸਿਟੀਆਂ ਰਨ ਨਾ ਕਰ ਸਕਣ। ਬਿਲਕੁਲ, ਸਰਕਾਰ ਪੰਜਾਬ ਦੇ ਵਿੱਚ ਜਿਹੜੇ ਵਿੱਦਿਅਕ ਨੀਤੀ ਲੈ ਕੇ ਆਈ ਜਾਂ ਚੱਲੇ ਪਿਛਲੇ ਕੁਝ ਸਾਲਾਂ ਤੋਂ, ਇਹਦੇ ਵਿੱਚ ਇਕੱਲੀ ਸਰਕਾਰ ਨਹੀਂ ਜ਼ਿੰਮੇਵਾਰ। ਜਿਹੜੇ ਸਾਡੇ ਸਰਕਾਰ ਦੇ ਉਹ ਕੰਮ ਕਰਦੇ ਸੀ ਅਦਾਰਿਆਂ ਦੇ ਲੋਕ, ਉਹ ਵੀ ਜ਼ਿੰਮੇਵਾਰ ਨੇ। ਉਹਨਾਂ ਨੇ ਵੀ ਆਪਣੀ ਕੋਈ ਯੂਨੀਵਰਸਿਟੀ ਪੰਜਾਬ ਦੀ ਐਵੇਂ ਦੀ ਨਹੀਂ ਸਰਕਾਰੀ, ਜਿਨ੍ਹਾਂ ਯੂਨੀਵਰਸਿਟੀਆਂ ਦਾ ਤੁਸੀਂ ਇਸ਼ਾਰਾ ਕਰ ਰਹੇ ਹੋ, ਉਹਨਾਂ ਨੇ ਪਿਛਲੇ 20 ਸਾਲ 'ਚ ਕੋਈ ਖੋਜ ਹੀ ਨਹੀਂ ਕੀਤੀ। ਉਹਨਾਂ ਨੂੰ ਇਸ ਤਰ੍ਹਾਂ ਦੇ ਪਾਇਆ ਗਿਆ ਕਿ ਤੁਸੀਂ ਆਪਣੇ ਇਸ ਤਰ੍ਹਾਂ ਦੇ ਪ੍ਰੋਜੈਕਟ ਬਣਾਓ ਜਿਹੜੇ ਸੈਫੀਸ਼ੀਐਂਟ ਹੋਣ, ਪੈਸੇ ਕਮਾਉਣ ਵਾਲੇ। ਹੁਣ ਪੰਜਾਬੀ ਯੂਨੀਵਰਸਿਟੀ ਜਿਹੜੀ ਬਣੀ ਸੀਗੀ ਉਹ ਭਾਸ਼ਾ ਦੇ ਪ੍ਰਸਾਰ ਵਾਸਤੇ ਬਣੀ ਸੀ, ਉੱਥੇ ਤੁਸੀਂ ਇੰਜੀਨੀਅਰਿੰਗ ਕਾਲਜ ਖੋਲ੍ਹਤੇ ਅਤੇ ਉਹੀ ਕੰਮ ਕਰਨ ਲੱਗੇ ਜਿਹੜੇ 150 ਕਾਲਜ ਪੰਜਾਬ 'ਚ ਹੋਰ ਕਰਦਾ ਆ। ਅਤੇ ਲੋਕ ਉੱਥੇ ਕਿਉਂ ਕਰਨ, ਕਾਹਦੇ ਵਾਸਤੇ ਜਾਣਗੇ ਸਟੂਡੈਂਟ? ਤੋ ਹੁਣ ਹਾਇਰ ਐਜੂਕੇਸ਼ਨ 'ਤੇ ਤਾਂ ਸੀਟਾਂ ਖਾਲੀ ਪਈਆਂ ਨੇ, ਸਾਰੇ ਯੂਨੀਵਰਸਿਟੀਆਂ ਦੇ ਪਈਆਂ, ਕਾਲਜਾਂ ਦੇ ਪਈਆਂ, ਕਿਸੇ ਨੇ ਜਾਣਾ ਨਹੀਂ। ਜਦੋਂ ਪੰਜਾਬ ਦਾ ਨੌਜਵਾਨ ਇੱਥੇ ਰਹਿਣਾ ਹੀ ਨਹੀਂ ਚਾਹੁੰਦਾ ਅਤੇ ਉਹਨੂੰ ਪਤਾ ਇੱਥੇ ਕੁਛ ਕਰਕੇ ਸਾਨੂੰ ਰੁਜ਼ਗਾਰ ਮਿਲਣਾ ਨਹੀਂ ਸਤਿਕਾਰ ਦਾ, ਅਤੇ ਉਹ ਜਿਹੜਾ ਹੈ ਉਹ ਤਾਂ ਸਿਰਫ ਅੱਜ ਜਿਹੜਾ ਹੁਣ +2 ਕਰਕੇ ਬਾਹਰ ਜਾਣਾ ਚਾਹੁੰਦਾ, ਆਈਲੈਟ ਕਰਕੇ ਬਾਹਰ ਵੀ ਉਹ ਇੱਕ ਪੜ੍ਹੀ ਲਿਖੀ ਲੇਬਰ ਬਣ ਰਿਹਾ। ਹੁਣ ਤੁਹਾਡੇ ਵਿੱਚੋਂ, ਇਹ ਪੰਜਾਬ ਦੇ ਵਿੱਚੋਂ ਜਿਹੜਾ ਹੁਣ ਦੀਆਂ ਯੂਨੀਵਰਸਿਟੀਆਂ ਦੇ ਕਾਲਜ ਨੇ, ਉਹ ਗੰਡਾ ਸਿੰਘ ਵਰਗੇ ਵੱਡੇ ਬੰਦੇ ਪੈਦਾ ਨਹੀਂ ਕਰ ਸਕਦੀਆਂ। ਹੁਣ ਤੇ ਜਿਹੜੇ ਬੰਦੇ ਇੱਥੋਂ ਜਾਣਗੇ ਉਹ ਆਪਣਾ ਜਾ ਕੇ ਕੋਈ ਟਰਾਲਾ ਚਲਾਊਗਾ, ਕੋਈ ਟੈਕਸੀ ਚਲਾਊਗਾ, ਉਹ ਇੱਕ ਲੇਬਰ, ਪੜ੍ਹੀ ਲਿਖੀ ਲੇਬਰ ਹੈ ਜਿਹੜੀ ਉਹ ਬਾਹਰਲੇ ਦੇਸ਼ਾਂ ਨੂੰ ਅਸੀਂ ਮੁਹੱਈਆ ਕਰਾਵਾਂਗੇ। ਅਤੇ ਉਹਦੇ ਵਾਸਤੇ ਜਿਹੜੀਆਂ ਨੇ ਉਹ ਸਾਰੀਆਂ ਧਿਰਾਂ ਸੀ, ਸਾਰਾ ਪੰਜਾਬ ਦੇ ਕਲੈਕਟਿਵ ਰੂਪ ਦੇ ਵਿੱਚ ਜ਼ਿੰਮੇਵਾਰ ਹਾਂ। ਅਤੇ ਉਹਦੀ ਜ਼ਿਆਦਾ ਜ਼ਿੰਮੇਵਾਰੀ ਉਹਨਾਂ ਲੋਕਾਂ ਦੀ ਬਣਦੀ ਹੈ ਜਿਨ੍ਹਾਂ ਨੇ ਇਹਦੇ 'ਚ ਲੋਕਾਂ ਤੱਕ ਗੱਲ ਲੈ ਕੇ ਜਾਣੀ ਸੀਗੀ। ਉਹ ਜਿਹੜੀਆਂ ਯੂਨੀਵਰਸਿਟੀਆਂ ਅੱਜ ਕੱਲ੍ਹ ਆਪਣੀ ਤਨਖਾਹਾਂ, ਪੈਨਸ਼ਨਾਂ ਦੇ ਨਹੀਂ ਹੈਗੀਆਂ, ਅਤੇ ਸਰਕਾਰ ਹਰ ਰੋਜ਼ ਨਵੇਂ ਕਾਲਜ ਖੋਲ੍ਹ ਰਹੀ ਹੈ। 18-20 ਸਾਲਾਂ ਤੋਂ ਕੋਈ ਭਰਤੀ ਨਹੀਂ ਕੀਤੀ ਸਰਕਾਰ ਨੇ, ਕਿਸੇ ਵੀ ਸਰਕਾਰੀ ਕਾਲਜ ਕੋਈ ਭਰਤੀ ਨਹੀਂ ਕੀਤੀ ਹੈਗੀ। ਬਹੁਤ ਸਾਰੇ ਕਾਲਜ ਹੈ ਜਿੱਥੇ ਇੱਕ ਵੀ ਜਿਹੜਾ ਰੈਗੂਲਰ ਜਿਹੜਾ ਹੈਗਾ ਉਹ ਪ੍ਰੋਫੈਸਰ ਨਹੀਂ ਹੈਗਾ, ਅਤੇ ਉੱਥੇ ਕਾਲਜਾਂ 'ਚ ਕੀ ਕਰਾਉਣਾ? ਅਤੇ ਅਗਲੇ ਕਾਲਜਾਂ 'ਚ ਰੋਜ਼ ਯੂਨੀਵਰਸਿਟੀਆਂ ਦੇ ਨੀਂਹ ਪੱਥਰ ਰੱਖੇ ਜਾ ਰਹੇ ਆ। ਇਹਦਾ ਮਤਲਬ ਹੈ ਕਿ ਸਾਰਾ ਕੁਛ ਇਹ ਵੇਚਣ ਦੀ ਤਿਆਰੀ ਹੈ। ਇਹ ਜਿਹੜੇ ਲੋਕਾਂ ਤੋਂ ਉੱਤੋਂ ਜਿਹੜੀ ਹੈਗੇ ਜ਼ਮੀਨ ਅਕਵਾਇਰ ਕੀਤੀ ਹੈ ਲੋਕਾਂ ਤੋਂ ਇੱਕ ਸਸਤੇ ਰੇਟ 'ਤੇ, ਉਹ ਵੱਡੀਆਂ ਕੰਪਨੀਆਂ ਨੂੰ ਦੇਣੇ ਆ, ਜਿਨ੍ਹਾਂ ਕਰਕੇ ਜਿਹੜੇ ਕਾਰਪੋਰੇਟ ਘਰਾਣਿਆਂ ਦੀ ਅਸੀਂ ਪੰਜਾਬ ਉੱਠਿਆ ਹੈ ਜਿਨ੍ਹਾਂ ਖਿਲਾਫ, ਇਹ ਉੱਧਰ ਨੂੰ ਵੱਧਦਾ ਇੱਕ ਕਦਮ ਹੈਗਾ ਸਾਰਾ। ਯਾਨੀ ਕਿ ਸਰਕਾਰ ਜਿਹੜੀ ਆ ਉਹ ਇਹ ਚਾਹੁੰਦੀ ਹੈ ਕਿ ਲੋਕ ਖੁਦ ਹੀ ਮੋਹ ਜਿਹੜਾ ਭੰਗ ਹੋ ਜੇ ਸਰਕਾਰੀ ਸਿਸਟਮ ਤੋਂ, ਹੌਲੀ ਹੌਲੀ ਪ੍ਰਾਈਵੇਟ 'ਚ ਤਬਦੀਲ ਹੋ ਜਾਣ। ਕਿ ਉਹੀ ਕਾਰਨ ਹੈ ਕਿ ਅਧਿਆਪਕ ਜਿਹੜੇ ਸਰਕਾਰ ਦੀਆਂ ਰਿਕੁਆਇਰਮੈਂਟਾਂ ਸਾਰੀਆਂ ਪੂਰੀਆਂ ਕਰਦੇ ਨੇ, ਟੈਟ ਤੱਕ ਕਲੀਅਰ ਕਰ ਲਿਆ, ਉਹਨਾਂ ਨੂੰ ਵੀ ਨੌਕਰੀ 'ਤੇ ਨਹੀਂ ਰੱਖਿਆ ਜਾ ਰਿਹਾ। ਜਿਸ ਤਰ੍ਹਾਂ ਤੁਸੀਂ ਸਰਕਾਰੀ ਕਾਲਜਾਂ ਦੀ ਗੱਲ ਕੀਤੀ ਕਿ ਸਾਰੇ ਪ੍ਰੋਫੈਸਰ ਜਿਹੜੇ ਕੰਟਰੈਕਟ ਬੇਸ ਨੇ, ਕਿ ਇਹ ਪ੍ਰਬੰਧ ਵਿਗਾੜ ਕੇ ਪ੍ਰਾਈਵੇਟ ਖੇਤਰ ਵੱਲ ਧੱਕਿਆ ਜਾ ਰਿਹਾ? ਬਿਲਕੁਲ ਜੀ, ਜਦੋਂ ਫੇਲ ਹੋ ਜਾਏਗਾ ਤਾਂ ਲੋਕਾਂ ਦੇ ਵਿੱਚੋਂ ਆਵਾਜ਼ ਉੱਠ ਜਾਏਗੀ ਕਿ ਜਿਹੜੇ ਸਾਡੇ ਸਾਹਮਣੇ ਲਾ ਲਓ ਅੱਜ ਅਸ਼ੋਕਾ ਯੂਨੀਵਰਸਿਟੀ ਹੈ ਜਾਂ ਹੋਰ ਤਕੜੇ ਅਦਾਰੇ ਹੈ, ਅਤੇ ਹਰੇਕ ਪ੍ਰੋਫੈਸਰ ਵੀ ਉੱਥੇ ਪੜ੍ਹਾਉਣ ਦਾ ਮਾਣ ਮਹਿਸੂਸ ਕਰਦਾ, ਅਤੇ ਅਸੀਂ ਵੀ ਉੱਥੇ ਬੱਚੇ ਪੜ੍ਹਾਉਣਾ ਇਹਨੂੰ ਆਪਣਾ ਠੀਕ ਸਮਝਦੇ ਹਾਂ, ਜਿੱਥੋਂ ਸਾਨੂੰ ਲੱਗਦਾ ਕਿ ਇੱਥੇ ਪੜ੍ਹ ਕੇ ਬੱਚਿਆਂ ਨੂੰ ਕੋਈ ਰੁਜ਼ਗਾਰ ਮਿਲ ਜਾਏਗਾ। ਅਤੇ ਇੱਥੇ ਇਹਨਾਂ ਯੂਨੀਵਰਸਿਟੀਆਂ 'ਚ ਕੌਣ ਆਏਗਾ? ਅਤੇ ਫੀਸਾਂ ਵੀ ਦੂਸਰੇ ਪਾਸੇ ਹੁਣ ਵਧਾਤੀਆਂ ਨੇ। ਆਮ ਬੰਦੇ ਦੀ ਜਿਹੜੀ ਹੈ ਪਕੜ ਤੋਂ ਤਾਂ ਪਹਿਲਾਂ ਹੀ ਜਿਹੜਾ ਆ ਉਹ ਜਿਹੜੀ ਐਜੂਕੇਸ਼ਨ ਬਾਹਰ ਜਾ ਚੁੱਕੀ ਆ। ਹੁਣ ਪੰਜਾਬ ਦਾ ਉਹ ਵਿਅਕਤੀ ਜਿਹਨੇ ਕਿਰਤ ਕਰਕੇ ਕੁਛ ਕਰਨਾ ਸੀ, ਉਹ ਆਪਣੇ ਬੱਚਿਆਂ ਨੂੰ ਐਜੂਕੇਸ਼ਨ, ਹਾਇਰ ਐਜੂਕੇਸ਼ਨ ਦਿਵਾਉਣ ਤੋਂ ਸਮਰੱਥ ਨਹੀਂ ਰਿਹਾ ਹੈਗਾ। ਇਹ ਸਰਕਾਰੀ ਕਾਲਜਾਂ ਦੇ ਵਿੱਚ ਵੀ ਜਿਹੜੀ ਫੀਸ ਜਿੰਨੀ ਕਰ ਦਿੱਤੀ ਹੈਗੀ ਆ, ਉਹ ਨਹੀਂ ਪੜ੍ਹਾ ਸਕਦਾ ਉੱਥੇ। ਪੰਜਾਬ ਦੇ ਵਿੱਚ ਇੱਕ ਵੱਡਾ ਤਬਕਾ ਜਿਹੜਾ ਉਹ ਲੇਬਰ ਕਲਾਸ ਦਾ ਤਬਕਾ ਗਾ,
ਆਪਾਂ ਕਹਿੰਦੇ ਆ ਕਿ ਬੱਚੇ ਬਾਹਰ ਜਾ ਰਹੇ ਆ, ਉਹ ਵੀ ਉਹਨਾਂ ਪਰਿਵਾਰਾਂ ਚੋਂ ਜਾ ਰਹੇ ਆ ਜਿਹੜੇ ਪੈਸੇ ਲਾ ਸਕਦੇ ਆ, ਕੋਈ ਹੀਲਾ ਵਸੀਲਾ ਕਰਕੇ ਲਾ ਸਕਦੇ ਆ। ਜੇ ਡਾਕਟਰੀ ਦੀ ਪੜ੍ਹਾਈ ਜਾਂ ਬਾਕੀ ਪੜ੍ਹਾਈਆਂ ਦੀ ਗੱਲ ਕਰੀਏ, ਇੰਜੀਨੀਅਰਿੰਗ ਦੀ, ਤਾਂ ਉਹ ਪੜ੍ਹਾਈਆਂ ਮਹਿੰਗੀਆਂ ਬਹੁਤ ਨੇ। ਜੇ ਸਰਕਾਰੀ ਕਾਲਜ ਯੂਨੀਵਰਸਿਟੀਆਂ ਬੰਦ ਹੋਣ ਦੀ ਕਗਾਰ ਤੇ ਜਾਣਗੀਆਂ ਜਾਂ ਪ੍ਰਾਈਵੇਟ ਕਰਨ ਇਹਨਾਂ ਦਾ ਕੀਤਾ ਜਾਊਗਾ, ਤਾਂ ਜਿਹੜੇ ਸਮਾਜਿਕ ਬਰਾਬਰੀ ਦੀ ਅਸੀਂ ਗੱਲ ਕਰਦੇ ਹਾਂ, ਤਾਂ ਸਮਾਜਿਕ ਬਰਾਬਰੀ ਦੇ ਲਈ ਉਹਨਾਂ ਪਰਿਵਾਰਾਂ ਦੇ ਵਿੱਚ ਐਜੂਕੇਸ਼ਨ ਪਹੁੰਚਣੀ ਜਿਹੜੀ ਜ਼ਰੂਰੀ ਹੈ। ਤਾਂ ਉਹਨਾਂ ਪਰਿਵਾਰਾਂ ਦਾ ਭਵਿੱਖ ਜਿਹੜਾ ਕੀ ਹੋਊਗਾ? ਕੀ ਉਹ ਸਾਰੀ ਜ਼ਿੰਦਗੀ ਜਿਹੜੀ ਪੀੜ੍ਹੀ ਦਰ ਪੀੜ੍ਹੀ ਗੁਰਬਤ ਦੀ ਜ਼ਿੰਦਗੀ ਜਿਉਣਗੇ? ਹੁਣ ਤਾਂ ਐਵੇਂ ਲੱਗਦਾ ਸਰਕਾਰ ਜਿਸ ਤਰ੍ਹਾਂ ਸਰਕਾਰ ਜਿਹੜੀਆਂ ਪਾਲਿਸੀਆਂ 'ਤੇ ਚੱਲ ਰਹੀ ਹੈ ਉਸ ਤੋਂ ਤਾਂ ਇਹੀ ਲੱਗਦਾ ਕਿ ਸਰਕਾਰ ਦਾ ਕੋਈ ਕੰਸਰਨ ਨਹੀਂ ਉਹਨਾਂ ਲੋਕਾਂ ਨਾਲ। ਸਰਕਾਰ ਦਾ ਕੰਮ ਸਿਰਫ ਇੱਕ ਸੀਮਤ ਜਿਹੀ ਗਵਰਨੈਂਸ ਦੇਣਾ ਹੈਗਾ ਆ, ਉਹਦੇ ਵਿੱਚ ਵੀ ਉਹ ਜਿਹੜੀ ਉਹ ਕਾਮਯਾਬ ਨਹੀਂ ਹੋ ਰਹੇ। ਅਤੇ ਉਹ ਸਿਰਫ ਕੁਛ ਵਿਅਕਤੀਆਂ ਵਾਸਤੇ ਇਹ ਉਹ ਜਦੋਂ ਪੋਲੀਟੀਕਲ ਸ਼੍ਰੇਣੀ ਦੇ ਲੋਕਾਂ ਨੂੰ ਜਵਾਬਦੇਹ ਸੀ, ਲੋਕਾਂ ਤੋਂ ਪੈਸੇ ਇਕੱਠੇ ਕਰਕੇ ਇਲੈਕਸ਼ਨਾਂ 'ਚ ਜਾਂਦੇ ਸੀਗੇ ਅਤੇ ਉਹ ਜਵਾਬਦੇਹੀ ਲੋਕਾਂ ਤੱਕ ਬਣਦੀ ਸੀ। ਹੁਣ ਜਦੋਂ ਦੇ ਕਾਰਪੋਰੇਟ ਘਰਾਣੇ ਉਹਨਾਂ ਨੂੰ ਫਾਈਨੈਂਸ ਕਰਨ ਲੱਗ ਗਏ ਆ, ਪਿਛਲੇ 30 ਸਾਲਾਂ ਤੋਂ ਇਹ ਰੁਝਾਨ ਆਇਆ, ਅਤੇ ਹੁਣ ਉਹਨਾਂ ਦੀ ਲੋਕਾਂ 'ਤੇ ਜਵਾਬਦੇਹੀ ਨਹੀਂ। ਉਹਨਾਂ ਨੇ ਕਿਹਾ ਲੋਕਾਂ ਤੋਂ ਫੰਡ ਲੈਣੇ ਆ, ਜਿਨ੍ਹਾਂ ਤੋਂ ਫੰਡ ਲੈਣੇ ਉਹਨਾਂ ਨੂੰ ਜਵਾਬਦੇਹੀ ਹੈ। ਇਸੇ ਕਰਕੇ ਸਾਡੇ ਉਹ ਭਾਵੇਂ ਪਾਰਲੀਮੈਂਟ ਮੈਂਬਰ ਵਿਧਾਇਕ ਹੋਣ, ਉਹ ਜਿਹੜੇ ਉਹ ਸਵਾਲ ਪੁੱਛਦੇ ਜਿਨ੍ਹਾਂ ਤੋਂ ਉਹਨਾਂ ਨੇ ਫੰਡ ਲਏ, ਜਿਨ੍ਹਾਂ ਨੂੰ ਉਹਨਾਂ ਨੇ ਫਾਈਨੈਂਸ ਕੀਤਾ, ਜਿਹੜੇ ਉਹਨਾਂ ਨੂੰ ਦੀ ਇੱਛਾ ਮੁਤਾਬਕ ਹੈ। ਸੋ ਇਸ ਕਰਕੇ ਸਾਡੇ ਵਿਧਾਨ ਸਭਾ ਦੇ ਵਿੱਚ ਜਿਹੜੇ ਸਾਡੇ ਵਿਚਾਰ ਦੇ ਸੈਸ਼ਨ 7 ਦਿਨਾਂ ਦੇ ਹੁੰਦੇ ਸੀਗੇ, ਉਹ 1 ਦਿਨ ਤੱਕ ਸੀਮਿਤ ਹੋ ਕੇ ਰਹਿ ਗਏ ਆ। ਇਹ ਕਹਿੰਦੇ ਸਾਡੇ ਕੋਲ ਤਾਂ ਬਿਜ਼ਨਸ ਹੀ ਨਹੀਂ ਡਿਸਕਸ ਕਰਨ ਦਾ। 117 ਹਲਕਿਆਂ ਦੇ ਵਿੱਚ ਇੰਨੇ 2 ਕਰੋੜ ਆਬਾਦੀ ਦੀਆਂ ਸਮੱਸਿਆਵਾਂ ਨੇ ਤੁਹਾਡੇ ਕੋਲ, ਅਤੇ ਤੁਸੀਂ ਕਹਿ ਰਹੇ ਹੋ ਕਿ ਤੁਹਾਡਾ ਕੋਲ ਏਜੰਡਾ ਹੈ ਨਹੀਂਗਾ, ਤੁਹਾਡਾ ਬਿਜ਼ਨਸ ਹੈ ਨਹੀਂਗਾ। ਤੋ ਅਸੀਂ ਦੇਖਿਆ ਜੇ ਜਿਸ ਤਰੀਕੇ ਨਾਲ ਉਹ ਜਿਹੜੇ ਸਾਡੇ ਵਿਧਾਨ ਸਭਾ ਦੀ ਕਾਰਜਕਾਰੀ ਹੋ ਰਹੀ ਆ ਜਾਂ ਪਾਰਲੀਮੈਂਟ ਦੀ ਹੋ ਰਹੀ ਆ, ਉਹ ਉੱਤੇ ਲੱਗਦਾ ਨਹੀਂ ਕਿ ਲੋਕਾਂ ਦਾ ਇਹਨਾਂ ਨਾਲ ਕੋਈ ਕੰਸਰਨ ਹੈਗਾ। ਲੋਕਾਂ ਦੇ ਮਸਲੇ ਜਿਹੜੇ ਹੱਲ ਕਰਨੇ ਆ, ਲੋਕਾਂ ਦੇ ਰੋਜੀ ਰੋਟੀ ਦੇ ਮਸਲੇ ਵੀ ਸਾਡੇ ਸਾਹਮਣੇ ਹੀ ਆ। ਲੋਕ ਇੱਥੇ ਪਿੱਛੇ ਜਦੋਂ ਸਾਡੇ 'ਤੇ ਵਿਪਤਾ ਆਈ ਆ, ਬਿਮਾਰੀ ਦੀ ਆਈ ਆ, ਤਾਂ ਲੋਕਾਂ ਨੂੰ ਆਕਸੀਜਨ ਤੋਂ ਬਿਨਾਂ ਮਰੇ ਆ। ਅੱਜ ਦੀ ਡੇਟ ਵਿੱਚ 25,000 ਬੰਦੇ ਪਿੱਛੇ ਇੱਕ ਹਸਪੀਟਲ ਹੋਵੇ, ਅਤੇ ਉੱਥੇ ਕੀ ਅਸੀਂ ਉਮੀਦ ਲੱਗ ਸਕਦੇ ਕਿ ਲੋਕਾਂ ਦਾ ਇਲਾਜ ਹੋ ਜਾਏਗਾ ਉੱਥੇ? ਪ੍ਰਾਈਵੇਟ ਐਜੂਕੇਸ਼ਨ ਦੀ ਤੁਸੀਂ ਗੱਲ ਕੀਤੀ, ਸਰਕਾਰੀ ਜਿਹੜੇ ਅਦਾਰੇ ਨੇ ਉਹਨਾਂ ਦਾ ਜੋ ਹਾਲਤ ਹੈ ਉਹਦੀ ਗੱਲ ਕੀਤੀ, ਪਰ ਸਰਕਾਰ ਜਿਹੜੇ ਦਾਅਵੇ ਕਰਦੀ ਹੈ, ਹੁਣ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾਅਵੇ ਕਰਦੀ ਕਿ ਅਸੀਂ ਰਿਕਾਰਡ ਟੀਚਰ ਭਰਤੀ ਕੀਤੇ ਨੇ, ਇੰਨੇ ਕਿਸੇ ਸਰਕਾਰ ਨੇ ਨਹੀਂ ਕੀਤੇ। ਅਸੀਂ ਤਾਂ ਸਾਰੇ ਸਕੂਲ ਜਿਹੜੇ ਉਹ ਸਮਾਰਟ ਸਕੂਲ ਬਣਾਤੇ, ਬੱਚਿਆਂ ਨੂੰ ਵਰਲਡ ਲੈਵਲ ਦਾ ਇਨਫਰਾਸਟ੍ਰਕਚਰ ਤੇ ਐਜੂਕੇਸ਼ਨ ਮਿਲੂਗੀ ਜਦੋਂ ਸਮਾਰਟ ਸਕੂਲ ਅਸੀਂ ਜਿਹੜੇ ਬਣਾਏ ਨੇ। ਜਦੋਂ ਤੁਸੀਂ ਲੋਕਾਂ ਨੂੰ ਕਹਿ ਰਹੇ ਹੋ ਕਿ ਤੁਹਾਨੂੰ ਅਸੀਂ ਯੂਨਿਟਾਂ ਬਿਜਲੀ ਦੀਆਂ ਮਾफ़ ਕਰਨੀਆਂ ਨੇ, ਕੋਈ ਕਹਿੰਦਾ ਤੁਹਾਨੂੰ ਦਾਲ ਦੇਣੀ ਹੈ, ਕੋਈ ਕਹਿੰਦਾ ਬਿਜਲੀ ਮਾफ़ ਕਰਨੀ ਆ, ਕੋਈ ਕੁਛ ਕਹਿ ਰਿਹਾ ਹੈਗਾ ਆ, ਅਤੇ ਇਹਦਾ ਮਤਲਬ ਪ੍ਰੋਗਰਾਮ ਤਾਂ ਤੁਹਾਡੇ ਕੋਲ ਹੈ ਨਹੀਂ। ਪੰਜਾਬ ਦੇ ਵਿੱਚ ਜਿਹੜੀਆਂ 2-3 ਧਿਰਾਂ ਨੇ ਪੰਜਾਬ ਦੇ ਵਿੱਚ ਜਿਹੜੀਆਂ ਦਾਅਵੇ ਕਰਦੀਆਂ ਸੀ ਸਰਕਾਰ ਬਣਾਉਣੀ ਹੈ, ਉਹਨਾਂ ਕੋਲ ਕਿਸੇ ਇੱਕ ਕੋਲ ਵੀ ਆਪਣੀ ਵੱਖਰੀ ਪਾਲਿਸੀ ਨਹੀਂ ਹੈਗੀ। ਉਹ ਨੈਗੇਟਿਵ ਵੋਟ ਦੇ ਆਧਾਰ 'ਤੇ ਕਰਨੇ, ਇੱਕ ਦੂਜੇ ਦਾ ਵਿਰੋਧ ਕਰੇ। ਉਹ ਅਕਾਲੀ ਦਲ ਨੇ ਲੋਕਾਂ ਨੂੰ ਇੰਨਾ ਖਾਧਾ ਹੈਗਾ ਆ, ਇਹਨਾਂ ਲੁੱਟਿਆ ਅਤੇ ਕੁੱਟਿਆ, ਇਸ ਕਰਕੇ ਸਾਨੂੰ ਵੋਟਾਂ ਪਾਓ। ਅਕਾਲੀ ਦਲ ਕਹਿ ਰਿਹਾ ਕਿ ਇਹਨਾਂ ਨੇ ਲੋਕਾਂ ਨੂੰ ਨਾਲ ਜਿਹੜਾ ਬੇਇਨਸਾਫੀ ਕੀਤੀ ਹੈ, ਲੋਕਾਂ ਦਾ ਕਰਜ਼ਾ ਮਾਫ਼ ਨਹੀਂ ਕੀਤਾ, ਇਹ ਆਪਣੇ ਵਾਅਦੇ ਪੂਰੇ ਨਹੀਂ ਕਰ ਸਕਦੇ, ਇਸ ਕਰਕੇ ਸਾਨੂੰ ਵੋਟਾਂ ਪਾਓ। ਕਿਸੇ ਕੋਲ ਕੋਈ ਰੋਡ ਮੈਪ ਨਹੀਂ ਪੰਜਾਬ ਨੂੰ ਅੱਗੇ ਲੈ ਕੇ ਜਾਣ ਦਾ। 3 ਪਾਰਟੀਆਂ, ਕੋਈ ਪਾਰਟੀ ਐਵੇਂ ਦਾ ਪ੍ਰੋਗਰਾਮ ਨਹੀਂ ਬਣਾ ਕੇ ਦੇ ਰਹੀ ਕਿ ਪੰਜਾਬ ਦਾ ਜਿਹੜਾ ਹਜ਼ਾਰਾਂ ਕਰੋੜ ਦਾ ਕਰਜ਼ਾ ਆ ਉਹ ਕਿਵੇਂ ਉਤਰੇਗਾ, ਕੀ ਲੋਕਾਂ ਨੂੰ ਤੁਸੀਂ ਰੋਟੀ ਕਮਾਉਣ ਦੇ ਸਮਰੱਥ ਬਣਾ ਸਕਦੇ ਹੋ। ਇਹ ਕਹਿੰਦੇ ਦਾਲ ਅਸੀਂ ਦੇਵਾਂਗੇ, ਦਾਲ ਕਮਾਉਣ ਦੇ ਵਾਸਤੇ ਲੋਕਾਂ ਨੂੰ ਨਹੀਂ ਤਿਆਰ ਕਰਨਾ ਹੈਗਾ। ਸੋ ਇਸ ਕਰਕੇ ਸਾਡੇ ਲੋਕਾਂ ਦੀ ਜ਼ਰੂਰਤ ਇਹ ਨਹੀਂ ਕਿ ਕੋਈ ਸਾਡੀ 500 ਯੂਨਿਟਾਂ ਮਾफ़ ਕਰੇ, 200 ਯੂਨਿਟਾਂ ਮਾफ़ ਕਰੇ, ਜਾਂ ਸਾਨੂੰ ਦਾਲ ਰੋਟੀ ਫਰੀ ਦੇ। ਸਾਨੂੰ ਉਹਦੇ ਯੋਗ ਬਣਾਓ ਕਿ ਅਸੀਂ ਆਪਣੀ ਦਾਲ ਰੋਟੀ ਆਪ ਕਮਾ ਸਕੀਏ। ਪੰਜਾਬੀ ਇਹ ਚਾਹੁੰਦੇ ਆ। ਪੰਜਾਬੀ ਦੁਨੀਆ 'ਤੇ ਜਾ ਕੇ ਪੰਜਾਬੀਆਂ ਨੇ ਦੱਸਿਆ ਆ ਕਿ ਅਸੀਂ ਕਿਰਤ ਕਰਕੇ ਆਪ ਕਾਮਯਾਬ ਹੋ ਸਕਦੇ ਹਾਂ। ਅਸੀਂ ਬੁਲੰਦੀਆਂ ਛੋਹੀਆਂ ਹਰ ਜਾ ਕੇ, ਪਰ ਇੱਥੇ ਜਿਹੜਾ ਸਾਡਾ ਜਿਹੜੇ ਜਨਮ ਭੂਮੀ ਹੈ ਸਾਡੀ, ਇੱਥੇ ਸਾਨੂੰ ਮਾਰਿਆ ਜਾ ਰਿਹਾ, ਇੱਥੇ ਸਾਡੇ ਤੋਂ ਸਾਨੂੰ ਭਿਖਾਰੀ ਬਣਾਇਆ ਜਾ ਰਿਹਾ ਇਹਦੇ ਉੱਤੇ, ਇਸ ਧਰਤੀ ਦੇ ਉੱਤੇ। ਅਸੀਂ ਅਮਰੀਕਾ ਅਤੇ ਕੈਨੇਡਾ ਵਿੱਚ ਜਾ ਕੇ ਤਾਂ ਪ੍ਰਾਪਤੀਆਂ ਕੀਤੀਆਂ ਨੇ, ਪਰ ਇਸ ਧਰਤੀ ਦੇ ਉੱਤੇ ਸਾਡੇ ਨਾਲ ਜਿਹੜਾ ਬੇਇਨਸਾਫੀ ਹੋ ਰਹੀ ਹੈ, ਅਤੇ ਇਸ ਬੇਇਨਸਾਫੀ ਦੇ ਉੱਤੇ ਸਮੁੱਚੀਆਂ ਜਿਹੜੀਆਂ ਸਿਆਸੀ ਧਿਰਾਂ ਨੇ ਉਹ ਬਰਾਬਰ ਦੀਆਂ ਜ਼ਿੰਮੇਵਾਰ ਨੇ। ਗੱਲ ਤੁਹਾਡੀ ਵਾਜਿਬ ਆ ਕਿ ਕੋਈ ਵੀ ਪਾਰਟੀ ਜਿਹੜੀ ਹੈ ਪੰਜਾਬ ਨੂੰ ਆਰਥਿਕ ਸੰਕਟ ਚੋਂ ਕੱਢਣ ਦੇ ਲਈ ਜਿਹੜਾ ਰੋਡ ਮੈਪ ਕੋਈ ਨਹੀਂ ਦੇ ਰਹੀ, ਸਾਰੇ ਫ੍ਰੀ ਦੇ ਵਾਅਦੇ ਕਰ ਰਹੇ ਨੇ। ਪਰ ਆਪਾਂ ਜੇ ਚੋਣ ਸਿਨੈਰੀਓ ਦੀ ਗੱਲ ਕਰੀਏ ਕਿ ਜਿਹੜੀਆਂ ਧਿਰਾਂ ਵੱਧ ਮੁਫਤਖੋਰੀ ਦੇ ਵਾਅਦੇ ਕਰਦੀਆਂ ਨੇ ਜਾਂ ਜਿਹੜੇ ਵੱਧ ਲਾਲਸਾ ਦਿੰਦੀਆਂ ਨੇ, ਉਹ ਜਿੱਤ ਹਾਸਲ ਕਰਨ ਦੇ ਨੇੜੇ ਪਹੁੰਚ ਜਾਂਦੀਆਂ ਨੇ। ਪਿਛਲੀ ਚੋਣਾਂ ਦੀ ਗੱਲ ਕਰੀਏ ਜਾਂ ਉਸ ਤੋਂ ਪਿਛਲੀਆਂ ਚੋਣਾਂ ਦੀ ਗੱਲ ਕਰੀਏ, ਤਾਂ ਕਾਰਨ ਕੀ ਹੈ ਕਿ ਸਾਡੇ ਲੋਕ ਪੋਲੀਟੀਕਲ ਤੌਰ 'ਤੇ ਅਵੇਅਰ ਨਹੀਂ ਹੈਗੇ, ਜਾਂ ਗੁਰਬਤ ਇੰਨੀ ਜ਼ਿਆਦਾ ਵੱਧ ਗਈ ਹੈ ਪੰਜਾਬ ਦੇ ਵਿੱਚ ਕਿ ਲੋਕਾਂ ਨੇ ਸਰਕਾਰਾਂ ਤੋਂ ਉਮੀਦ ਹੀ ਮੁਕਾਤੀ। ਉਹ ਕਹਿੰਦੇ ਆ ਚਲੋ ਜਿਹੜੀ ਮੁਫਤ ਦਿੰਦੀ ਆ ਉਹਨੂੰ ਵੋਟ ਪਾ ਦਿਓ। ਨਹੀਂ, ਇਹਦੇ ਕੁਛ ਮੁੱਦੇ ਉਭਾਰਨੇ ਹੁੰਦੇ ਆ, ਮੀਡੀਆ ਦਾ ਬਹੁਤ ਵੱਡਾ ਰੋਲ ਹੁੰਦਾ ਆ। ਪਰ ਅਫਸੋਸ ਨਾਲ ਜਿਹੜੀ ਰਾਸ਼ਟਰੀ ਰਿਪੋਰਟ ਆਈ ਹੈ, ਉਸ ਰਿਪੋਰਟ ਮੁਤਾਬਕ 2% ਵੀ ਜਿਹੜੀ ਕਵਰੇਜ ਹੈ ਉਹ ਰੂਰਲ ਏਰੀਆ ਦੀ ਹੈ ਨਹੀਂ। ਜਿੱਥੇ 70% ਲੋਕ ਰਹਿੰਦੇ ਆ,
ਅੱਜ ਦੇ ਸੋਸ਼ਲ ਮੀਡੀਆ ਦੇ ਆਉਣ ਦੇ ਬਾਵਜੂਦ ਵੀ ਉਹਨਾਂ ਦੀ ਜੋ 2% ਕਵਰੇਜ ਨਹੀਂ ਹੈਗੀ, ਉਹ 2% ਕਵਰੇਜ ਵੀ ਬੋਗਸ ਹੈ। ਉਹ ਸ਼ਹਿਰਾਂ 'ਚ ਰਹਿ ਕੇ ਬੰਦੇ ਇੱਥੋਂ ਜਾ ਕੇ ਕਰਦੇ ਆ। ਉਹ ਪਿੰਡਾਂ ਦੀਆਂ ਕੀ ਸਮੱਸਿਆਵਾਂ ਨੇ? ਸਾਡੇ ਜਿਹੜੇ ਲੋਕ ਖੁਦਕੁਸ਼ੀਆਂ ਕਰ ਰਹੇ ਨੇ, ਪਰਿਵਾਰ ਕਿਸਾਨ ਕਰ ਰਹੇ ਨੇ, ਮਜ਼ਦੂਰ ਕਰ ਰਹੇ ਆ, ਉਹਨਾਂ ਦੀ ਜ਼ਿੰਦਗੀ ਉੱਤੇ ਕਿੰਨੀਆਂ ਕੁ ਡਾਕੂਮੈਂਟਰੀਆਂ ਬਣੀਆਂ ਨੇ? ਕਿੰਨੇ ਕੁ ਲੋਕ ਜਿਹੜੇ ਜਾ ਕੇ ਉਹ ਕਿਵੇਂ ਦਾ ਜੀਵਨ ਜੀ ਰਹੇ ਆ, ਉਹਨਾਂ ਦੇ ਪੇਸ਼ ਕਰਦੇ ਆ। ਮੀਡੀਆ ਨੇ ਵੀ ਉਹ ਜਿਹੜੇ ਉਭਾਰਨੇ ਸੀ ਮੁੱਦੇ ਨਹੀਂ ਉਭਾਰੇ। ਇਸ ਕਰਕੇ ਜਦੋਂ ਲੋਕਾਂ ਤੇ ਮੁੱਦੇ ਉੱਭਰ ਗਏ, ਕਿਸਾਨੀ ਦਾ ਮਸਲਾ ਉੱਭਰ ਗਿਆ, ਲੋਕ ਉੱਠ ਖੜੇ। ਉਹ ਦੁਨੀਆ ਦੇ ਵਿੱਚ ਅੱਜ ਜਿਹੜਾ ਉਹ ਧਿਆਨ ਆਪਣੇ ਵੱਲ ਖਿੱਚਿਆ ਹੋਇਆ ਆ, ਤਾਂ ਉਹ ਲੋਕਾਂ ਦੇ ਵਿੱਚ ਹੈਗੀ ਆ। ਲੋਕਾਂ ਦਾ ਹਾਲੇ ਇੰਨਾ ਨਹੀਂ ਪੱਧਰ ਡਿੱਗਿਆ ਨਹੀਂ ਹੈਗਾ। ਇਹ ਜਿਹੜੇ ਸਾਡੇ ਜ਼ਿੰਮੇਵਾਰ ਲੋਕ ਸੀ, ਜਾਂ ਅਸੀਂ ਕਿ ਇੰਟੈਲੀਜੈਂਸੀਆ ਸੀ ਸਾਡਾ, ਜਾਂ ਮੀਡੀਆ ਸੀਗਾ ਜਿਹਨੇ ਲੋਕਾਂ ਤੱਕ ਮੁੱਦੇ ਲੈ ਕੇ ਜਾਣੇ ਸੀ, ਉਹ ਫੇਲ ਹੋਇਆ। ਲੋਕ ਤਾਂ ਹਾਲੇ ਆਪਣੇ ਆਪ ਤੋਂ, ਲੋਕਾਂ ਤੋਂ ਉਮੀਦ ਹਾਲੇ ਕੀਤੀ ਜਾ ਸਕਦੀ ਹੈ। ਕਾਟਨ ਪੱਟੀ ਦੀ ਤੁਸੀਂ ਗੱਲ ਕੀਤੀ, ਗੁਰਬਤ ਦੀ, ਕਿਸਾਨੀ ਖੁਦਕੁਸ਼ੀਆਂ ਦੀ। ਸਰਦੂਲਗੜ੍ਹ ਦਾ ਏਰੀਆ ਜਿਹੜਾ ਹੈਗਾ ਉਹ ਹਾਲੇ ਵੀ ਨਰਮਾ ਬੈਲਟ ਹੈ, ਮਾਨਸਾ, ਸੰਗਰੂਰ, ਸਰਦੂਲਗੜ੍ਹ। ਤਾਂ ਚਿੱਟੀ ਮੱਖੀ ਦਾ ਜਦੋਂ ਹਮਲਾ ਹੋਇਆ ਤਾਂ ਉਹਦੇ ਬਾਅਦ ਉੱਥੇ ਖੁਦਕੁਸ਼ੀਆਂ ਦਾ ਦੌਰ ਇੱਕਦਮ ਵਧਿਆ, ਕਿਉਂਕਿ ਨਰਮੇ ਦੀ ਫਸਲ ਖਰਾਬ ਹੋਈ ਲਗਾਤਾਰ। ਤੇ ਉੱਥੇ ਬਹੁਤ ਸਾਰੇ ਪਰਿਵਾਰ ਐਸੇ ਵੀ ਨੇ ਜਿਨ੍ਹਾਂ ਦੇ ਕਿ ਘਰ 'ਚ ਕਮਾਉਣ ਵਾਲਾ ਖੁਦਕੁਸ਼ੀ ਕਰ ਗਿਆ, ਤੇ ਬਾਕੀ ਪਰਿਵਾਰਾਂ ਵੱਲੋਂ ਜਿਹੜੀ ਪਿੱਛੇ ਰਹਿ ਗਈ ਧਰਮ ਪਤਨੀ ਉਹਦੇ ਵੱਲੋਂ ਜ਼ਮੀਨ ਵੇਚ ਕੇ ਕਰਜ਼ੇ ਲਾਹੇ ਗਏ। ਤੇ ਜਦੋਂ ਸਰਕਾਰ ਕੋਲੇ ਮੁਆਵਜ਼ਾ ਲੈਣ ਦੇ ਲਈ ਜਾਇਆ ਗਿਆ ਤਾਂ ਇਹ ਕਿਹਾ ਗਿਆ ਅਧਿਕਾਰੀਆਂ ਵੱਲੋਂ ਕਿ ਤੁਸੀਂ FIR ਨਹੀਂ ਕਰਵਾਈ, ਤੁਸੀਂ ਪੋਸਟਮਾਰਟਮ ਨਹੀਂ ਕਰਵਾਇਆ, ਤੇ ਬਾਅਦ ਦੇ ਵਿੱਚ ਕਿ ਜਿਹੜਾ ਵਿਅਕਤੀ ਮਾਰੀ ਗਿਆ ਕਰਜ਼ੇ ਨਾਲ ਤਾਂ ਉਹਨੂੰ ਹਾਲੇ ਅੱਗੇ ਵੀ ਸਬੂਤ ਦੇਣ ਦੀ ਲੋੜ ਹੈ। ਤਾਂ ਇਹ ਜਿਹੜੇ ਮਸਲੇ ਮਸਾਇਲ ਨੇ ਕਿ ਤੁਹਾਡੇ ਸਾਹਮਣੇ ਹੈ ਕਿ ਉਹਨਾਂ ਪੀੜਤ ਪਰਿਵਾਰਾਂ ਦੇ ਵਿੱਚੋਂ ਕੁਝ ਲੋਕਾਂ ਨੇ ਸੰਸਦ ਮੈਂਬਰ ਦੀ ਚੋਣ ਵੀ ਜਿਹੜੀ ਲੜੀ ਸੀਗੀ, ਤਾਂ ਜਿਹੜੇ ਉਹ ਐਫਰਟ ਕੀਤੇ ਗਏ ਕਿ ਪਿੰਡਾਂ ਦੀ ਕਵਰੇਜ ਵੀ ਹੋਵੇ, ਲੋਕ ਅਵੇਅਰ ਵੀ ਹੋਣ, ਕਿਉਂਕਿ ਉਹਦੇ ਨਾਲ ਇੱਕ ਮੈਸੇਜ ਤਾਂ ਗਿਆ ਕਿ ਕਰਜ਼ਾ ਦੇ ਨਾਲ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੀਆਂ ਵਿਧਵਾਵਾਂ ਵੱਲੋਂ ਜਿਹੜਾ ਚੋਣ ਮੈਦਾਨ 'ਚ ਆਇਆ ਗਿਆ, ਸਰਕਾਰਾਂ ਤੋਂ ਬੇਰੁਖੋ। ਉਹ ਤਾਂ ਸਿਰਫ ਮੁੱਦਾ ਉਭਾਰਨਾ ਸੀ ਅਤੇ ਉਹ 'ਚੋਂ ਕਾਮਯਾਬ ਹੋ ਗਏ। ਉਹਨਾਂ ਨੇ ਜਿੱਤਣ ਵਾਸਤੇ ਇਲੈਕਸ਼ਨ ਲੜੀ ਨਹੀਂ ਸੀ, ਉਹਨਾਂ ਨੇ ਆਪਣਾ ਮੁੱਦਾ ਸਾਹਮਣੇ ਲੈ ਕੇ ਆਉਣਾ ਸੀ, ਉਹਦੇ 'ਚ ਕਾਮਯਾਬ ਹੋ ਗਏ ਆ। ਲੇਕਿਨ ਇਹ ਜਿਹੜਾ ਸਾਰਾ ਹੈਗਾ ਆ, ਕੁਛ ਹੈਗਾ ਜਿਹੜਾ ਲੋਕਾਂ ਦੀਆਂ ਡੀਲ ਕਰਨਾ ਹੈਗਾ, ਜਿਹੜੀ ਇਹ ਪ੍ਰੋਬਲਮ ਨੇ, ਭਾਵੇਂ ਉਹ ਨਰਮੇ ਦੀ ਬੈਲਟ ਦੀਆਂ ਨੇ, ਦੁਆਬੇ ਦੀਆਂ ਨੇ, ਤਕਰੀਬਨ ਜਿਹੜਾ ਗਰੀਬੀ ਦਾ ਜਿਹੜਾ ਅੰਕੜਾ ਹੈਗਾ ਆ, ਉਹ ਸਾਰਿਆਂ ਥਾਂ 'ਤੇ ਬਰਾਬਰ ਹੈ। ਸਰਕਾਰ ਨੇ ਜਿਹੜੀ ਪਾਲਿਸੀ ਬਣਾਈ ਸੀਗੀ ਜਿਹੜੀ ਇਹਨੂੰ ਲੈ ਕੇ, ਖੁਦਕੁਸ਼ੀਆਂ ਨੂੰ ਲੈ ਕੇ, ਉਹਨਾਂ ਦੀ ਗਿਣਤੀ ਠੀਕ ਨਹੀਂ, ਉਹਦੇ ਅੰਕੜੇ ਠੀਕ ਨਹੀਂ ਹੈਗੇ ਸਰਕਾਰ ਦੇ। ਸਰਕਾਰ ਨੇ ਹਾਲੇ ਤੱਕ ਕੋਈ ਐਡਾ ਵੱਡਾ ਯਤਨ ਵੀ ਨਹੀਂ ਕੀਤਾ। ਯੂਨੀਵਰਸਿਟੀਆਂ ਨੇ ਆਪਣੇ ਲੈਵਲ 'ਤੇ ਰਿਸਰਚ ਕਰਾਈ ਹੈ, ਜਿੰਨੀ ਕੁ ਰਿਸਰਚ ਹੋਈ ਹੈ। ਸਰਕਾਰ ਦੀ ਤਾਂ ਕੋਈ ਭਰੋਸੇਯੋਗ ਸਰਚ ਹੀ ਹੈ ਨਹੀਂ ਗੀ। ਤਾਂ ਅਸੀਂ ਦੇਖਿਆ ਕਿ ਜਿਸ ਤਰੀਕੇ ਨਾਲ ਆਫਿਸਰ ਡੀਲ ਕਰਦੇ ਹੈਗੇ ਨੂੰ ਮਸਲੇ ਨੂੰ, ਉਹ ਮਸਲਾ ਜਿਹੜਾ ਆ ਉਹ ਕੋਈ ਲੋਕਾਂ ਦੇ ਵਾਸਤੇ ਫੇਵਰ ਕਰਨ ਵਾਲਾ ਨਹੀਂ ਆ। ਉਹ ਤਾਂ ਜਿਹੜਾ ਆ ਕਾਗਜ਼ਾਂ ਦੀ ਖਾਨਾ ਪੂਰਤੀ ਕਰ ਰਹੇ ਹੈਗੇ ਆ। ਉਹ ਭਾਵੇਂ ਸਰਕਾਰ ਕੋਈ ਆਵੇ, ਅਫਸਰ ਚਾਹੀਦਾ ਉਹੀ ਜਿਹੜਾ ਹੈਗਾ ਆ ਵਤੀਰਾ ਹੈਗਾ ਆ ਆਮ ਲੋਕਾਂ ਪ੍ਰਤੀ। ਹੁਣ ਤਾਂ ਆਮ ਬੰਦਾ ਹੈ ਜਿਹੜਾ ਉਹ DC ਦਾ SDM ਦੇ ਦਫ਼ਤਰ ਨਹੀਂ ਜਾ ਸਕਦਾ। ਉਹ ਕਹਿੰਦਾ ਇਹ ਸਾਡੇ ਜਿਹੜੇ ਮਾਲਕ ਨੇ, ਐਕਚੁਅਲੀ ਉਹ ਸੇਵਾਦਾਰ ਨੇ। DC ਵੀ ਸੇਵਾਦਾਰ ਹੈ, ਲੋਕਾਂ ਦੇ ਪੈਸੇ ਤੋਂ ਤਨਖਾਹ ਲੈ ਰਿਹਾ। SDM ਵੀ ਲੋਕਾਂ ਦੇ ਪੈਸੇ ਤੋਂ ਤਨਖਾਹ ਲੈ ਰਿਹਾ। ਜਦੋਂ SDM ਜਿਹੜਾ ਆ ਆਪਣੀਆਂ ਜ਼ਿੰਮੇਵਾਰੀਆਂ ਨਹੀਂ ਸਮਝਦੇ, ਔਰ ਉਹ ਦੇਖਿਆ ਪਿਛਲੇ ਦਿਨਾਂ ਦੇ ਜੋ ਮੀਡੀਆ ਦੇ ਵਿੱਚ ਅਸੀਂ ਸਾਡੇ ਜਿਹੜੇ IS ਅਧਿਕਾਰੀ ਹੈ, ਉਹ ਆਮ ਲੋਕਾਂ ਪ੍ਰਤੀ ਕੀ ਵਤੀਰਾ ਹੈ ਉਹਨਾਂ ਦਾ, ਉਹ ਅਸੀਂ ਸਾਡੇ ਜਾਣਦੇ ਹਾਂ। ਸੋ ਇਸ ਕਰਕੇ ਜਿਹੜਾ ਸੰਕਟ ਹੈ ਇਹ ਪੰਜਾਬ ਦਾ ਜਿਹੜਾ ਉਹ ਹੱਲ ਹੋਣ ਵਾਲਾ ਹਾਲੇ ਉੱਧਰ ਨੂੰ ਤੁਰਿਆ ਵੀ ਨਹੀਂ। ਅਸੀਂ ਕਹਿੰਦੇ ਤੁਰ ਪਵੇ, ਸਟਾਰਟ ਹੋ ਜਾਏ, ਚਲੋ ਕੋਈ ਨਾ ਕੋਈ ਉਹ ਜਿਹੜਾ ਹੋ ਜਾਏਗਾ, ਪਰ ਹਾਲੇ ਤੱਕ ਕੋਈ ਵੀ ਧਿਰ ਹੈ ਜਿਹੜੀ ਉਸ ਪਾਸੇ ਨਹੀਂ ਵਧੀ ਹੈਗੀ। ਤਮਾਮ ਸਮੱਸਿਆਵਾਂ ਦਾ ਹੱਲ ਤੁਸੀਂ ਕੀ ਦੇਖਦੇ ਹੋ? ਸਾਰੀਆਂ ਸਮੱਸਿਆਵਾਂ ਦਰਪੇਸ਼ ਨੇ, ਕਿਸਾਨੀ ਮਸਲੇ ਤੇ ਲੜਾਈ ਲੜੀ ਜਾ ਰਹੀ ਹੈ, ਬਾਕੀਆਂ ਤੇ ਹਲੇ ਲੜਾਈ ਲੜਨੀ ਜਿਹੜੀ ਬਾਕੀ ਹੈ, ਤਾਂ ਇਹਦਾ ਸਮੱਸਿਆਵਾਂ ਦਾ ਹੱਲ ਕਿਸ ਨਜ਼ਰੀਏ ਨਾਲ ਹੋ ਸਕਦਾ ਗਾ? ਪੰਜਾਬ ਦੇ ਵਿੱਚ ਜੀ ਇੱਕ ਜਿਹੜਾ ਹੈ 34% ਤੋਂ ਲੈ ਕੇ 37% ਤੱਕ ਜਿਹੜੀ ਆਬਾਦੀ ਹੈਗਾ ਦਾ ਹਿੱਸਾ ਹੈਗਾ ਆ, ਜਿਹਨੂੰ ਅਸੀਂ ਦਲਿਤ ਵਰਗ ਕਹਿੰਦੇ ਹਾਂ, ਉਹਨਾਂ ਦੇ ਨਾਂ 'ਤੇ ਸਿਆਸਤ ਹੋ ਰਹੀ ਹੈ। ਕੋਈ ਪਾਰਟੀ ਕਹਿ ਰਹੀ ਹੈ ਅਸੀਂ ਮੁੱਖ ਮੰਤਰੀ ਬਣਾਉਣਾ, ਕੋਈ ਕਹਿੰਦੇ ਡਿਪਟੀ ਮੁੱਖ ਮੰਤਰੀ ਬਣਾਉਣਾ ਹੈ। ਪੰਜਾਬ ਵਿੱਚ ਜਿਹੜਾ ਆ ਉਹਨਾਂ ਦਾ ਜਿਹੜਾ ਆ ਉਹ ਕਿਸੇ ਸਰਕਾਰ ਦਾ ਕਦੀ ਏਜੰਡਾ ਨਹੀਂ ਰਿਹਾ ਉਹਨਾਂ ਦੇ ਜੀਵਨ ਪੱਧਰ ਨੂੰ ਉੱਪਰ ਚੱਕਣਾ। ਜਿੰਨਾ ਚਿਰ ਤੱਕ ਕਿਸਾਨ ਅੰਦੋਲਨ ਵੀ ਚੱਲ ਰਿਹਾ ਹੈ, ਜਿੰਨਾ ਚਿਰ ਤੱਕ ਅਸੀਂ ਉਸ ਭਾਈਚਾਰੇ ਦੇ ਨਾਲ ਲੈ ਕੇ ਉਹਨਾਂ ਦੀਆਂ ਪ੍ਰੋਬਲਮ ਨੂੰ ਵੀ ਡਿਸਕਸ ਨਹੀਂ ਕਰਦੇ, ਪੋਲੀਟੀਕਲ ਉਹਨਾਂ ਨੂੰ ਬਣਦੀ ਜਗ੍ਹਾ ਵੀ ਨਹੀਂ ਦਿੰਦੇ, ਹਾਲੇ ਤੱਕ ਉਸ ਤਰ੍ਹਾਂ ਸਾਡੀ ਜਿਹੜਾ ਪਾਵਰ ਸ਼ੇਅਰ ਹੈ ਪੰਜਾਬ ਦੇ ਵਿੱਚ ਸਭ ਤੋਂ ਘੱਟ ਹੈ। ਦਲਿਤ ਵਰਗ ਪੰਜਾਬ 'ਚ ਸਭ ਤੋਂ ਜ਼ਿਆਦਾ ਇੰਡੀਆ 'ਚ, ਪਰ ਪਾਵਰ ਸ਼ੇਅਰ ਦੇ ਵਿੱਚ ਉਹ ਸਭ ਤੋਂ ਪਿੱਛੇ ਹੈ। ਇਹਦੇ ਉੱਤੇ ਸਾਡੇ ਜਿਹੜੇ ਸਮਾਜ ਸ਼ਾਸਤਰੀ ਹੈ ਔਰ ਜਿਹੜੇ ਸਾਡੇ ਰਾਜਨੀਤਿਕ ਲੀਡਰ ਹੈ, ਉਹ ਬਣਦਾ ਮਾਨ ਸਤਿਕਾਰ ਨਹੀਂ ਦਿੰਦੇ। ਕਿਸਾਨ ਸੰਘਰਸ਼ ਉਮੀਦ ਬਹੁਤ ਵੱਡੀ ਹੈ। ਦੁਨੀਆ ਭਰ ਦੇ ਜਿਹੜੇ ਸਮਾਜ ਸ਼ਾਸਤਰੀ ਉਹ ਕਹਿ ਰਹੇ ਆ ਉਹ ਲਾਈਟ ਹਾਊਸ ਹੈ, ਉਹ ਤੋਂ ਗਿਆਨ ਮਿਲਣਾ ਹੈ, ਲੇਕਿਨ
ਉੱਥੇ ਵੀ ਹਾਲੇ ਜਿਹੜੀ ਹੈ ਉਹ ਜਿਹੜੀ ਮਜ਼ਦੂਰਾਂ ਦੀ ਗੱਲ ਹੈ, ਜਿਹੜਾ ਮਜ਼ਦੂਰ ਦਾ ਸਾਂਝਾ ਹੋਣਾ ਚਾਹੀਦਾ ਸੀਗਾ, ਜਿੰਨਾ ਚਿਰ ਉਹ ਗੱਲਾਂ ਸਾਹਮਣੇ ਨਹੀਂ ਆਉਂਦੀਆਂ, ਉਹ ਭਾਈਚਾਰਾ ਸਾਹਮਣੇ ਨਹੀਂ ਆਉਂਦਾ, ਇਕੱਠੀ ਲੜਾਈ ਉਹਨਾਂ ਦੀ ਬਿਨਾਂ ਸ਼ਮੂਲੀਅਤ ਕੋਈ ਲੜਾਈ ਸੰਘਰਸ਼ ਨਹੀਂ ਜਿੱਤਿਆ ਜਾ ਸਕਦਾ। ਪੰਜਾਬ ਵਿੱਚ ਜਿਹੜਾ ਵੀ ਸੁਧਾਰ ਕਰਨਾ ਉਹਨਾਂ ਨੂੰ ਨਾਲ ਲੈ ਕੇ ਕਰਨਾ ਪਏਗਾ, ਉਹ ਸਾਡੇ ਸਮਾਜ ਦਾ ਬਹੁਤ ਵੱਡਾ ਹਿੱਸਾ ਨੇ ਜੀ। ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਸੋ ਇਹ ਸਨ ਖੁਸ਼ਹਾਲ ਸਿੰਘ ਜੀ, ਜਿਨ੍ਹਾਂ ਨੇ ਦੱਸਿਆ ਕਿ ਐਜੂਕੇਸ਼ਨ ਨੀਤੀ ਤੋਂ ਲੈ ਕੇ ਜਿਹੜੀਆਂ ਸਮੱਸਿਆਵਾਂ ਦਰਪੇਸ਼ ਨੇ ਤੇ ਉਹਦੇ 'ਚ ਲੋਕਾਂ ਦੀ ਹਾਲਤ ਤੇ ਸਰਕਾਰ ਦੀ ਭੂਮਿਕਾ ਜਿਹੜੀ ਹੈ ਉਹ ਕੀ ਹੈ, ਤੇ ਤਮਾਮ ਸਿਸਟਮ ਨੂੰ ਜਿਹੜੀ ਹੈ ਬਦਲਣ ਦੀ ਜ਼ਰੂਰਤ ਹੈ ਅਤੇ ਸਿਸਟਮ ਦੇ ਵਿੱਚ ਸਾਰਿਆਂ ਦੀ ਭਾਗੀਦਾਰੀ ਦੀ ਜ਼ਰੂਰਤ ਹੈ, ਤਾਂ ਹੀ ਚੰਗੀਆਂ ਨੀਤੀ ਪਾਲਿਸੀਜ਼ ਜਿਹੜੀਆਂ ਉਹ ਸਾਹਮਣੇ ਆ ਸਕਦੀਆਂ ਨੇ ਤੇ ਲੋਕ ਪੱਖੀ ਆ ਸਕਦੀਆਂ ਨੇ। ਤੇ ਜਿਹੜੀ ਸਾਡੀ ਜਵਾਨੀ ਵਿਦੇਸ਼ਾਂ ਵੱਲ ਰੁਖਸਤ ਹੋ ਰਹੀ ਹੈ, ਇੱਥੋਂ ਜਿਹੜਾ ਧਿਆਨ ਉਹਨਾਂ ਦਾ ਪੂਰੀ ਤਰ੍ਹਾਂ ਭੰਗ ਹੋ ਚੁੱਕਿਆ, ਉਸ ਵਰਤਾਰੇ ਨੂੰ ਵੀ ਰੋਕਿਆ ਜਾ ਸਕਦਾ ਹੈ। ਕੈਮਰਾਮੈਨ ਜੋਬਨਦੀਪ ਸਿੰਘ ਦੇ ਨਾਲ ਅਰਸ਼ਦੀਪ ਸਿੰਘ, ਚੰਡੀਗੜ੍ਹ।